एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। तंडी बंदिश मैं कोई ना डिठा, तू नानक मन पाना। कोल कुम्हाई तिस मित्र विचोले, जय मिल कंत पछाना। सतनाम वाहेगुरु साहिब जियो। राग सूही छंत महला तीजा कर दूजा। एक ओंकार सतगुर प्रसाद। सुख सोहिलड़ा हर ध्यावो, गुरमुख हर फल पावो। सुख सोहिलड़ा हर ध्यावो, गुरमुख हर फल पावो। गुरमुख फल पावो हर नाम ध्यावो। जन्म जन्म के दुख निवारे, बलिहारी गुर अपने विटों। जिन कारज सब सवारे, हर प्रभ कृपा करे हर जापो। सुख फल हर जन पावो, नानक कहे सुनो जन भाई। सुख सोहिलड़ा हर ध्यावो, सुन हर गुण पीने सहज सुभाए। गुरमत सहजे नाम ते आए, जिनको तुर लिखिया तिन गुर मिलिया। तिन जन्म मरण पहो भागा, अंदरों दुर्मत दूजी होई। सो जन हर लिव लागा, जिनको कृपा कीनी मेरे स्वामी। तिन अन दिन हर गुण गाए, सुन मन पीने सहज सुभाए। जुग मह राम नाम निस्तारा, गुर ते उपजै शब्द विचारा। गुर शब्द विचारा राम नाम प्यारा। जिस कृपा करे सो पाए, सहजे गुण गावै दिन राती। किल विख सब गवाए, सबको तेरा तू सबना का। हूँ तेरा तू हमारा, जुग में राम नाम निस्तारा। साजन आए उठे कर माही, हर गुण गावें तृप्ति अघाही। हर गुण गाए सदा तृप्तासी, फिर भूख न लागै आए। दहन दिस पूज होवै हर जन की, जो हर हर नाम ते आए। नानक हरे आपे जोड़ विछोड़े, हर बिन को दूजा नाही। साजन आए उठे कर माही, नानक हरे आपे जोड़ विछोड़े। हर बिन को दूजा नाही, साजन आए उठे कर माही। वाहिगुरु जी का खालसा
ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਨਵਾਜ਼ਿਸ਼ ਹੈ, ਸ਼ਾਮ ਸਮੇਂ ਅਸੀਂ ਸਤਸੰਗਤ ਦਾ ਸਮਾਂ ਮਾਣ ਰਹੇ ਹਾਂ। ਸਾਡਾ ਮੋਸਟਲੀ ਦੀਵਾਨ ਤੇ ਵਰਚੁਅਲ ਹੈ, ਪਰ ਫਿਰ ਵੀ ਆਪ ਦੁਆਰਾ ਮਿਲਦੇ ਰਿਸਪੌਂਸ ਨੂੰ ਅਸੀਂ ਜਿਸ ਤਰੀਕੇ ਨਾਲ ਪ੍ਰਾਪਤ ਕਰਦੇ ਹਾਂ, ਇਹ ਤੋਂ ਪਤਾ ਲੱਗਦਾ ਕਿ ਵੱਡਾ ਹਿੱਸਾ ਸਾਡਾ ਇੱਕ ਤਰ੍ਹਾਂ ਦੇ ਨਾਲ ਗਲੋਬਲ ਸੰਗਤ ਦੇ ਤੌਰ 'ਤੇ ਡਿਵੈਲਪ ਹੋਇਆ ਹੈ। ਆਪ ਜੀ ਅਹਿਸਾਸ ਕਰਦੇ ਹੋ, ਲੜੀਵਾਰ ਗੁਰਬਾਣੀ ਵਿਆਖਿਆ ਸ਼ਾਮ ਨੂੰ ਹੁੰਦੀ ਹੈ। ਇਸ ਵਿੱਚ ਸੂਹੀ ਰਾਗ ਦੀ ਰਚਨਾ ਗੁਰੂ ਅਮਰਦਾਸ ਮਹਾਰਾਜ ਦੁਆਰਾ ਉਚਰਿਤ ਕੀਤਾ ਗਿਆ ਛੰਤ ਉਪਦੇਸ਼ ਅਸੀਂ ਵਿਚਾਰ ਰਹੇ ਹਾਂ। ਇਹਦੇ ਵਿੱਚ 4 ਪਦੇ ਨੇ, 2 ਬੰਦ ਵਿਚਾਰੇ ਜਾ ਚੁੱਕੇ ਨੇ। ਅੱਜ ਅਸੀਂ 3 ਨੰਬਰ ਪਦੇ ਤੋਂ ਵਿਚਾਰ ਦਾ ਆਗਾਜ਼ ਕਰ ਰਹੇ ਹਾਂ। ਬਿਲਕੁਲ ਪਹਿਲੀ ਸਤਰ ਹੀ ਲੈ ਰਹੇ ਹਾਂ। ਗੁਰੂ ਪਾਤਸ਼ਾਹ ਜ਼ਿਕਰ ਕਰਦੇ, ਜੁਗ ਮਹਿ ਰਾਮ ਨਾਮ ਨਿਸਤਾਰਾ, ਗੁਰ ਤੇ ਉਪਜੈ ਸ਼ਬਦ ਵਿਚਾਰਾ। ਜੁਗ ਮੈਂ ਸੰਸਾਰ ਵਿੱਚ, ਜਗਤ ਵਿੱਚ, ਜੋ ਸਾਨੂੰ ਇਹ ਗਿਵਨ ਟਾਈਮ ਐਂਡ ਐਰਾ ਐਂਡ ਜੋਗ੍ਰਾਫੀਕਲ ਸਟਰਕਚਰ ਸਭ ਮਿਲਿਆ, ਯੁੱਗ ਹੈ ਸਾਡੇ ਵਾਸਤੇ। ਇਹਦੇ ਵਿੱਚ ਰਾਮ ਨਾਮ ਨਿਸਤਾਰਾ, ਜਿਹੜਾ ਸਾਡਾ ਨਿਸਤਾਰ ਕਰਨ ਵਾਲਾ ਹੈ, ਜਿਹੜਾ ਸਾਡਾ ਪਾਰ ਉਤਾਰਾ ਕਰਨ ਵਾਲਾ ਹੈ, ਉਹ ਰੱਬ ਦਾ ਨਾਮ ਹੈ। ਇਹ ਮਹਾਰਾਜ ਬਿਆਨ ਕਰਦੇ ਨੇ। ਇਹਦੇ ਨਾਲ ਹੀ ਕਿਹਾ, ਗੁਰ ਤੇ ਉਪਜੈ ਸ਼ਬਦ ਵਿਚਾਰਾ। ਉਸ ਨਾਮ ਨੂੰ ਅਸੀਂ ਪ੍ਰਾਪਤ ਕਿਵੇਂ ਕਰਨਾ ਹੈ, ਅਟੇਨ ਕਿਵੇਂ ਕਰਨਾ ਹੈ, ਉਹਦਾ ਸੋਰਸ ਹੈ ਕਿ ਜੋ ਗੁਰ ਤੇ ਉਪਜੈ, ਇਹ ਨਾਮ ਗੁਰੂ ਤੋਂ ਉਪਜਦਾ ਹੈ ਤੇ ਗੁਰੂ ਸ਼ਬਦ ਵਿਚਾਰਾ, ਸ਼ਬਦ ਦੀ ਵਿਚਾਰ ਦੇ ਜ਼ਰੀਏ ਸਾਡੇ ਜੀਵਨ ਵਿੱਚ ਵਰਤਦਾ ਆ। ਸੋ ਇੱਕ ਸਿੰਪਲ ਵੇ ਦੇ ਨਾਲ ਮਹਾਰਾਜ ਨੇ ਬਿਆਨ ਕੀਤੀ ਚੀਜ਼। ਹੁਣ ਇਹਦੀਆਂ ਕੁਝ ਬੇਸਿਕ ਲੈਵਲ 'ਤੇ ਇਹਨੂੰ ਗੁਰਬਾਣੀ ਦੇ ਕੁਝ ਹੋਰ ਰੰਗਾਂ ਨੂੰ ਵੇਖਦਿਆਂ ਹੋਇਆਂ ਅਸੀਂ ਅੰਡਰਸਟੈਂਡ ਕਰਦੇ ਹਾਂ। ਜੁਗ ਮਹਿ ਰਾਮ ਨਾਮ ਨਿਸਤਾਰਾ। ਇਹ ਨਾਮ ਨਿਸਤਾਰ, ਨਾਮ ਸਾਡਾ ਉਧਾਰ ਕਰਨ ਵਾਲਾ ਕਿਸ ਰੂਪ ਵਿੱਚ ਹੈਗਾ। ਆਪ ਦੇਖੋਗੇ ਮਨੁੱਖ ਜ਼ਹਿਨੀ ਤੌਰ 'ਤੇ ਜਿਹੋ ਜਿਹੇ ਸੋਚ ਵਿਚਾਰ ਖਿਆਲ ਕਿਤੋਂ ਅਡਾਪਟ ਕਰਦਾ ਆ, ਕਿਤੋਂ ਧਾਰਨ ਕਰਦਾ ਆ, ਜਿਵੇਂ ਅਸੀਂ ਗੁਰੂ ਮਹਾਰਾਜ ਨੂੰ ਸ਼ਬਦਾਂ 'ਚ ਪੜ੍ਹੀਏ, ਸਾਹਿਬ ਕਹਿੰਦੇ, ਮਨ ਰੇ ਕੌਣ ਕੁਮਤ ਤੈ ਲੀਨੀ, ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ। ਜ਼ਿਕਰ ਆਇਆ ਮਨ ਰੇ ਕੌਣ ਕੁਮਤ ਤੈ ਲੀਨੀ। ਇਹਦਾ ਮਤਲਬ ਮਨ ਕੁਛ ਚੀਜ਼ ਪ੍ਰਾਪਤ ਕਰਦਾ, ਲੈਂਦਾ ਆ, ਅਡਾਪਟ ਕਰਦਾ ਆ। ਇਹ ਪੋਸੀਬਿਲਿਟੀ ਗੁਰੂ ਬਾਬਾ ਜੀ ਵਾਰ-ਵਾਰ ਬਿਆਨ ਕਰਦੇ ਬਾਣੀ ਦੇ ਵਿੱਚ। ਮਾਡਰਨ ਸਾਇੰਸ ਦੇ ਵਿੱਚ ਹੁਣ ਤੇ ਬਿਲਕੁਲ ਸਮਝ ਆ ਰਹੀ ਹੈ। ਅਸੀਂ ਸਾਰੇ ਆਲੇ ਦੁਆਲੇ ਤੋਂ ਪ੍ਰਾਪਤ ਵੀ ਕਰਦੇ ਹਾਂ ਅਤੇ ਉਸ ਨੂੰ ਬੈਕ ਇਨਫਲੂਐਂਸ ਵੀ ਦਿੰਦੇ ਹਾਂ। ਇਹ ਦੋਨੋਂ ਕੰਮ ਇਸ ਰੂਪ ਵਿੱਚ ਚੱਲਦੇ ਨੇ। ਇਹਦੇ ਵਿੱਚ ਜਿਵੇਂ ਜਿਵੇਂ ਸੰਸਾਰ ਦੇ ਅੰਦਰ ਜਿਹੜੀ ਸਾਡੇ ਮਨ ਦੀ ਦਸ਼ਾ ਆ, ਇਹਦੇ ਅੰਦਰੋਂ ਰੱਬ ਦਾ ਭੈ, ਕਰਤਾਰ ਦਾ ਭੈ, ਚੰਗੀਆਂ ਸੁੱਚੀਆਂ ਸੱਚੀਆਂ ਕਦਰਾਂ ਕੀਮਤਾਂ 'ਤੇ ਵਿਸ਼ਵਾਸ, ਮਨੁੱਖਤਾ ਦੇ ਜਿਹੜੇ ਵੱਡੇ, ਜਿਹਨਾਂ ਨੂੰ ਅਸੀਂ ਵੈਲਿਊ ਬੇਸਡ ਫਲਸਫਾ ਜਾਂ ਵੈਲਿਊ ਬੇਸਡ ਆਈਡੀਓਲੋਜੀ ਕਹਿੰਦੇ, ਉਹਦੇ ਤੋਂ ਦੂਰੀ ਬਣਦੀ ਲੱਗੀ ਗਈ। ਮਨੁੱਖ ਧਰਾਤਲ 'ਚ ਜਾਂਦਾ ਗਿਆ, ਰਸਾਤਲ ਚਲਾ ਗਿਆ। ਉਹਦੇ ਅੰਦਰ ਗਿਰਾਵਟ ਜਿਹੜੀ ਹੈ ਉਹ ਸਿਰਫ ਅਤੇ ਸਿਰਫ ਅੰਤਰੀਵ ਨਾ ਰਹੀ। ਤੁਸੀਂ ਉਹਨੂੰ ਦੇਖੋਗੇ ਵਿਹਾਰ ਕਰਕੇ। ਅੱਜ ਤੇ ਕੋਈ ਕਾਰੋਬਾਰ, ਕੋਈ ਬਿਜ਼ਨਸ, ਕੋਈ ਕਿਸੇ ਕਿਸਮ ਦੀ ਚੀਜ਼ ਦੇਖਦੇ ਹੋ, ਐਥਿਕਸ ਦੀ ਗੱਲ ਵਾਰ-ਵਾਰ ਪੜ੍ਹਾਈ ਜਾਂਦੀ ਹੈ, ਵਾਰ-ਵਾਰ ਦੱਸੀ ਜਾਂਦੀ ਹੈ। ਸਾਡੇ ਤੇ ਬਕਾਇਦਾ ਤੌਰ 'ਤੇ ਜਿਹੜੇ ਕੈਨਨ ਆਫ ਐਥਿਕਸ ਨੇ, ਆਏ ਸਾਲ ਪੜ੍ਹ ਕੇ ਸਿਗਨੇਚਰ ਕਰਕੇ ਬਕਾਇਦਾ ਤੌਰ 'ਤੇ ਵਿਟਨੈਸ ਦੇ ਨਾਲ ਦੇਣੇ ਪੈਂਦੇ ਨੇ ਕਿ ਭਾਈ ਆਹ ਚੀਜ਼ਾਂ ਨੇ, ਆਹ ਰਾਵਾਂ ਨੇ। ਭਈ ਇੱਥੇ ਸਿੱਧੀ ਜੀ ਬਾਤ ਆ ਕਿ ਬੰਦੇ ਨੇ ਇਮਾਨਦਾਰਾਨਾ ਢੰਗ ਦੇ ਨਾਲ ਆਪਣੇ ਆਲੇ ਦੁਆਲੇ ਦੇ ਮਨੁੱਖਾਂ ਦੇ ਜਦੋਂ ਕੰਮਕਾਰ ਵਿੱਚ ਹੈ, ਜਦੋਂ ਕਿਸੇ ਜਗ੍ਹਾ 'ਤੇ ਹੈ, ਉਹਨਾਂ ਨੂੰ ਲੁੱਟਣਾ ਨਹੀਂ, ਉਹਨਾਂ ਦਾ ਫਾਇਦਾ ਨਹੀਂ ਚੁੱਕਣਾ, ਉਹਨਾਂ ਦਾ ਨੁਕਸਾਨ ਨਹੀਂ ਕਰਨਾ। ਇਹ ਸਿੱਧੀਆਂ ਜੀਆਂ ਬਾਤਾਂ ਨੇ, ਪਰ ਇਹ ਸਭ ਚੀਜ਼ਾਂ ਬੰਦੇ ਦੇ ਜ਼ਿਹਨ ਵਿੱਚੋਂ ਕਿਉਂ ਨਿਕਲ ਜਾਂਦੀਆਂ? ਕਿਉਂਕਿ ਬੰਦਾ ਇਹ ਭੁੱਲ ਗਿਆ ਕਰਤਾਰ ਵੇਖ ਰਿਹਾ ਸਭ, ਤੇ ਕਰਤਾਰ ਇਕੱਲਾ ਵੇਖ ਨਹੀਂ ਰਿਹਾ। ਇੱਕ ਦਿਨ ਤੇਰੀ ਜਿੰਦ ਤੋਂ ਇਹਦਾ ਜਵਾਬ ਵੀ ਲਿਆ ਜਾਏਗਾ।
ਇਹ ਨਾਮ ਹੈ ਐਕਚੁਅਲ ਲੈਵਲ ਤੇ। ਜੇ ਆਪਾਂ ਬਾਣੀ 'ਚ ਪੜ੍ਹਦੇ ਹਾਂ ਨਾ, ਮਹਾਰਾਜ ਬਿਆਨ ਕਰਦੇ, ਮੈਂ ਦੇਖਦਾ ਹਾਂ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਬੰਦੇ ਨੂੰ ਖਾਣਾ ਪਾਣਾ ਹੱਸਣਾ ਹਰ ਚੀਜ਼ ਯਾਦ ਹੈ ਬਿਲਕੁਲ, ਇਹ ਵਿਸਰ ਗਿਆ ਕਿ ਇੱਕ ਦਿਨ ਗੁਜ਼ਰ ਵੀ ਜਾਣਾ, ਇੱਕ ਦਿਨ ਨਹੀਂ ਰਹਿਣਾ ਇੱਥੇ। ਜਿਵੇਂ ਹੀ ਇਹ ਵਿਸਰਿਆ ਤੇ ਸਾਹਿਬ ਮਹਾਰਾਜ ਕਹਿੰਦੇ ਖਸਮ ਵਿਸਾਰ, ਫਿਰ ਖਸਮ ਵੀ ਵਿਸਾਰ ਦਿੱਤਾ। ਫਿਰ ਕੌਣ ਰੱਬ? ਇਹਨੂੰ ਦਾਨਸ਼ਮੰਦਾਂ ਨੇ ਕਿਹਾ ਕਾਲ ਚਿੰਤਨ ਅਕਾਲ ਚਿੰਤਨ ਬਣ ਜਾਂਦਾ ਆ। ਜਿਵੇਂ ਹੀ ਬੰਦਾ ਕਾਲ ਨੂੰ ਆਪਣੀ ਸੁਰਤ 'ਚ ਪਾਉਂਦਾ ਆ, ਅਕਾਲ ਉਹ ਬਹੁਤਾ ਦੂਰ ਨਹੀਂ ਰਹਿੰਦਾ, ਉਹ ਵੀ ਆ ਜਾਂਦਾ ਨਾਲ ਹੀ। ਇਸ ਨੂੰ ਕਹਾਣੀ ਨੂੰਮਾ ਰੂਪ ਵਿੱਚ ਮੈਂ ਕਈ ਵਾਰੀ ਇਨ ਚੀਜ਼ਾਂ ਨੂੰ ਪ੍ਰੈਜ਼ੈਂਟ ਕਰਨ ਦੀ ਟਰਾਈ ਕਰਦਾ ਹਾਂ। ਭਾਰਤੀ ਖਿੱਤੇ ਦੇ ਵਿੱਚ ਇੱਕ ਬੜੇ ਉਮਦਾ ਕਹਾਣੀਕਾਰ ਨੇ ਬੜੀ ਬਾਕਮਾਲ ਇੱਕ ਕਹਾਣੀ ਪਾਈ। ਉਹ ਕਹਿੰਦਾ ਕਿ ਤੇ ਬੜੀ ਲੰਮੀ ਚੌੜੀ ਟੂਕ ਮਾਤਰ ਆ ਕਿ ਨੌਜਵਾਨ ਬੱਚਾ ਆ ਕੋਈ, ਅਤੇ ਉਹ ਕਿਸੇ ਫਕੀਰ ਬਿਰਤੀ ਬੰਦੇ ਕੋਲ ਪਹੁੰਚਿਆ ਅਤੇ ਉਹਦਾ ਸੁਭਾਅ ਬਣਿਆ ਆ, ਜੇ ਕੋਈ ਆਉਂਦਾ ਉਹਨੂੰ ਕਹਿੰਦਾ ਰੱਬ ਦਾ ਨਾਂ ਜਪਿਆ ਕਰ, ਨਾਮ ਲਿਆ ਕਰ, ਓਏ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਿਆ ਕਰ, ਪਰਮੇਸ਼ਰ ਦੇ ਨਾਲ ਪਰਮੇਸ਼ਰ ਨਾਲ ਜੁੜਨਾ ਚਾਹੀਦਾ ਹੈਗਾ। ਸੋ ਉਹਨੇ ਬਣੇ ਹੋਏ ਸੁਭਾਅ ਮੁਤਾਬਕ ਉਸ ਬੱਚੇ ਨੂੰ ਵੀ ਇਹੀ ਗੱਲ ਜਿਹੜੀ ਆ ਉਹ ਬਿਆਨ ਕੀਤੀ। ਜੇ ਕਈ ਵਾਰੀ ਅਸੀਂ ਵੀ ਦੇਖਦੇ ਹਾਂ ਘਰਾਂ ਥਾਵਾਂ ਦੇ ਵਿੱਚ ਬੱਚਿਆਂ ਨੂੰ ਕਹੋ ਲੈਟਸ ਗੋ ਟੂ ਗੁਰਦੁਆਰਾ, ਫॉर व्हाट ਦੇ ਆਰ ਰਿਪੀਟਿੰਗ ਸੇਮ ਕਾਈਂਡ ਆਫ ਥਿੰਗਸ, ਜਸਟ ਰਿਸਾਈਟ ਵਾਹਿਗੁਰੂਜ਼ ਨੇਮ, ਜਸਟ ਰੀਡ ਬਾਣੀ, ਜਸਟ ਦੋਜ਼ ਕਾਈਂਡ ਆਫ ਥਿੰਗਸ ਵੀ ਨੋ ਆਲਰੇਡੀ। ਇਹੋ ਜਿਹੀਆਂ ਗੱਲਾਂ ਹੁੰਦੀਆਂ। ਜਿਵੇਂ ਹੀ ਉਸ ਫਕੀਰ ਬਿਰਤੀ ਨੇ ਸਾਰੀ ਬਾਤ ਦੱਸੀ, ਨੌਜਵਾਨ ਥੋੜ੍ਹਾ ਇਸ ਰੂਪ ਵਿੱਚ ਉਹਨੂੰ ਜਵਾਬ ਦਿੰਦਾ, ਕਹਿੰਦਾ ਵੀ ਫਕੀਰ ਬਾਬਾ ਤੇਰੇ ਕੋਲ ਆਉਣ ਦਾ ਕੋਈ ਬਹੁਤਾ ਬੈਨੀਫਿਟ ਤਾਂ ਹੈ ਨਹੀਂ ਗਾ। ਇਹ ਹੈ ਕਿ ਜਦੋਂ ਵੀ ਆਓ ਇੱਕੋ ਹੀ ਗੱਲ, ਨਾਮ ਜਪਿਆ ਕਰ, ਨਾਮ ਨਾਲ ਜੁੜਿਆ ਕਰ, ਪਰਮੇਸ਼ਰ ਨੂੰ ਯਾਦ ਕਰਿਆ ਕਰ। ਚਲੋ ਜੇ ਮੈਂ ਤੁਹਾਡੀ ਗੱਲ ਮੰਨ ਵੀ ਲਵਾਂ, ਸੱਚੀ ਦੱਸਾਂ ਮੇਰਾ ਕੋਈ ਮਨ ਨਹੀਂ ਮੰਨਦਾ ਇਸ ਪਾਸੇ, ਮੇਰੀ ਕੋਈ ਇਸ ਪਾਸੇ ਨਿਸ਼ਠਾ ਨਹੀਂ ਹੈ, ਮੇਰਾ ਤਾਂ ਚਿੱਤ ਹੀ ਨਹੀਂ ਕਰਦਾ। ਹਾਂ, ਜੇਕਰ ਤੇਰੇ ਕੋਲ ਕੋਈ ਤਰੀਕਾ ਹੈ ਕਿ ਮੇਰੀ ਨਿਸ਼ਠਾ ਇਸ ਪਾਸੇ ਬਣ ਜਾਏ, ਆਸਥਾ ਬਣ ਜਾਏ, ਮੈਂ ਨਾਮ ਜਪਣ ਲੱਗ ਜਾ, ਉਹ ਕੋਈ ਤਰੀਕਾ ਦੱਸ, ਹੋ ਸਕਦਾ ਉਹ ਕੰਮ ਕਰ ਜੇ, ਨਹੀਂ ਤੇ ਅਦਰਵਾਈਜ਼ ਮੇਰੀ ਕੋਈ ਇਸ ਬਾਬਤ ਇੱਛਾ ਖਾਸ ਇਸ ਕਿਸਮ ਦੀ ਨਹੀਂ ਹੈ। ਖੈਰ ਉਹ ਫਕੀਰ ਬਾਬਾ ਕਹਿੰਦੇ ਬੜਾ ਸਿਆਣਾ ਸੀਗਾ, ਅਤੇ ਉਹ ਕਹਿੰਦਾ ਕੋਈ ਨਾ ਨੌਜਵਾਨ, ਤੇਰੀ ਇਸ ਗੱਲ ਦਾ ਜਵਾਬ ਵੀ ਦਿਆਂਗੇ। ਉਹ ਨੌਜਵਾਨ ਨੇ ਸੋਚਿਆ ਕਿ ਇਹਦੇ ਕੋਲ ਕੋਈ ਜਵਾਬ ਤਾਂ ਹੈ ਨਹੀਂ ਗਾ, ਜਸਟ ਇਹ ਨਾ ਕਹਿਣ ਦੀ ਬਜਾਏ ਕਿ ਆਈ ਡੋਂਟ ਹੈਵ ਐਨੀ ਆਂਸਰ, ਹੀ ਇਜ਼ ਜਸਟ ਐਕਚੁਅਲੀ ਮੇਕਿੰਗ ਸੈਲਫ ਮੇਡ ਆਂਸਰ ਦੈਟ ਯੈਸ ਵਨ ਡੇ ਆਈ ਵਿਲ ਆਂਸਰ ਇਟ। ਚਲੋ ਜੀ ਸਮਾਂ ਲੰਘ ਗਿਆ। ਉਸ ਕਹਾਣੀ ਨੂੰ ਮੈਂ ਬਾਅਦ ਵਿੱਚ ਬੜਾ ਅੱਗੇ ਜਾ ਕੇ ਜ਼ਿਕਰ ਕਰਦਾ, ਕਹਿੰਦਾ ਕਿ ਉਹ ਕਿਉਂਕਿ ਥੋੜ੍ਹੀ ਪੁਰਾਣੀ ਬਾਤ ਦੱਸੀ ਜਾ ਰਹੀ, ਜਦੋਂ ਰਾਜੇ ਰਜਵਾੜੇ ਹੁੰਦੇ ਸੀਗੇ। ਹਾਲਾਂਕਿ ਹਾਲਾਤ ਬਹੁਤੇ ਬਦਲੇ ਨਹੀਂ, ਡੈਮੋਕ੍ਰੇਸੀ ਦੇ ਵਿੱਚ ਵੀ ਜਿਹੜੇ ਸੋ ਕਾਲਡ ਅਸੀਂ ਜਿਹਨਾਂ ਨੂੰ ਡਿਗਨਿਟੀਜ਼ ਕਹਿ ਦਿੰਦੇ ਹਾਂ ਅਤੇ ਪੋਲੀਟੀਕਲ ਆਈਡੈਂਟੀਟੀਜ਼ ਕਹਿ ਦਿੰਦੇ ਹਾਂ ਸਾਰੀਆਂ, ਅਤੇ ਅੱਜ ਵੀ ਤੁਸੀਂ ਦੇਖੋ ਡਿਕਟੇਟਰਸ ਤੋਂ ਘੱਟ ਬਿਹੇਵ ਨਹੀਂ ਕਰਦੀਆਂ। ਇਹਦੀ ਵੱਡੀ ਮਿਸਾਲ ਤੁਸੀਂ ਅੱਜ ਦੀ ਹਾਲਾਤਾਂ 'ਚ ਉੱਥੇ ਦੇਖ ਸਕਦੇ ਹੋ, ਕਿਰਸਾਨੀ ਦੇ ਨਾਲ ਕੈਸੀ ਸਟਰਗਲ ਹੋ ਰਹੀ ਹੈ ਸਾਰੇ ਦੀ ਸਾਰੀ ਉਸ ਰੂਪ ਦੇ ਵਿੱਚ। ਲੋਕਾਂ ਦੁਆਰਾ ਚੁਣੇ ਗਏ ਲੋਕ ਭਲੇ ਦੇ ਨਾਂ ਹੇਠ ਲੋਕਾਂ ਦੀ ਬਰਖਲਾਫਤ ਵਿੱਚ ਕੰਮ ਕਰਦੇ, ਉਹਨਾਂ ਦੀ ਆਵਾਜ਼ ਤੱਕ ਨਹੀਂ ਸੁਣੀ ਜਾਂਦੀ, ਉਹਨਾਂ ਨੂੰ ਇਸ ਤਰੀਕੇ ਨਾਲ ਇਹ ਸਭ ਚੀਜ਼ਾਂ। ਸੋ ਇਹ ਤੇ ਆਪ ਆਈਡੀਆ ਲਾ ਸਕਦੇ ਹੈਗੇ ਉਹ ਜੇ ਰਾਜੇ ਰਜਵਾੜਿਆਂ ਤੋਂ ਘੱਟ ਕੀ ਰਹਿ ਗਿਆ। ਖੈਰ ਜਿਹੜੀ ਬੇਨਤੀ ਕਰ ਰਿਹਾ ਸੀਗਾ, ਉਹ ਪੁਰਾਣੇ ਸਮੇਂ ਛੋਟੀਆਂ ਛੋਟੀਆਂ ਰਿਆਸਤਾਂ ਰਾਜੇ ਵਗੈਰਾ ਹੁੰਦੇ ਸੀਗੇ। ਹੋਇਆ ਕੀ ਕਿ ਅੱਜ ਰਾਜੇ ਦੀ ਕਚਹਿਰੀ ਦੇ ਵਿੱਚ ਉਸ ਨੌਜਵਾਨ ਬੱਚੇ ਨੂੰ ਪੇਸ਼ ਕੀਤਾ ਗਿਆ। ਉਹਦੇ ਰਾਜੇ ਦੇ ਕੁਝ ਜਿਹੜੇ ਸਪੋਜ਼ ਕਹਿ ਲਓ ਕਿ ਜਿਹੜੇ ਸਿਪਾਹੀ ਸੀਗੇ ਜਾਂ ਜਿਹੜੇ ਦਰੋਗਾ ਵਗੈਰਾ ਸੀਗੇ, ਉਹਨਾਂ ਨੇ ਕਿਹਾ ਕਿ ਜ਼ੁਲਮ ਜਿਹੜਾ ਹੈਗਾ ਅਸੀਂ ਇਹਨੂੰ ਐਕਿਊਜ਼ ਕਰਦੇ ਹਾਂ ਇਸ ਕਰਕੇ, ਅਤੇ ਇਹਦਾ ਉੱਤੇ ਜ਼ੁਲਮ ਸਾਬਤ ਹੁੰਦਾ ਅਤੇ ਇਹਨੂੰ ਸਜ਼ਾ ਦਿੱਤੀ ਜਾਏ। ਰਾਜੇ ਨੇ ਉਹਨਾਂ ਦੀ ਬਾਤ ਸੁਣਦਿਆਂ ਹੋਇਆ ਕਿਹਾ ਠੀਕ ਹੈ, ਇਹਨੂੰ ਸਜ਼ਾਏ ਮੌਤ ਦੇ ਦਿਓ। ਉਹ ਬੜਾ ਰੋਇਆ, ਬੜਾ ਪਿੱਠਿਆ, ਉਹ ਕਹਿੰਦਾ ਹੱਦ ਹੋ ਗਈ, ਰਾਜਨ ਮੇਰੀ ਬਾਤ ਤੇ ਸੁਣ, ਇਹ ਲੋਕਾਂ ਦੀ ਤੂੰ ਬਾਤ ਸੁਣ ਲਈ, ਮੈਂ ਤੈਨੂੰ ਕੁਛ ਇਸ ਰੂਪ ਵਿੱਚ। ਉਹਨੇ ਖੈਰ ਆਪਣਾ ਕੇਸ ਬੜਾ ਵਧੀਆ ਢੰਗ ਨਾਲ ਰੱਖਿਆ, ਜਿਵੇਂ ਕਹਾਣੀ 'ਚ ਬਾਤ ਹੁੰਦੀ ਸਾਰੇ। ਰਾਜਾ ਥੋੜ੍ਹਾ ਉਹਦਾ ਦਿਮਾਗ ਉਹਦਾ ਥੋੜ੍ਹਾ ਠਹਿਰਾਅ ਵਿੱਚ ਆਇਆ, ਅਤੇ ਉਹ ਕਹਿੰਦਾ ਅੱਛਾ ਇਸ ਤਰ੍ਹਾਂ ਆ ਕਿ ਸਾਡੀ ਰਿਆਸਤ ਦੇ ਬਣੇ ਹੋਏ ਕਾਨੂੰਨ ਦੇ ਮੁਤਾਬਕ ਮੈਂ ਤੇਰੀ ਸਜ਼ਾ ਤੇ ਨਹੀਂ ਬਦਲ ਸਕਦਾ, ਪਰ ਹਾਂ ਤੈਨੂੰ ਇੱਕ ਮੌਕਾ ਜ਼ਰੂਰ ਦੇ ਸਕਦਾ ਹਾਂ ਆਪਣੇ ਆਪ ਨੂੰ ਇਨੋਸੈਂਟ ਸਾਬਤ ਕਰਨ ਦਾ, ਆਪਣੇ ਆਪ ਨੂੰ ਬਿਲਕੁਲ ਜਿਹੜਾ ਆ ਕਿ ਤੂੰ ਕੋਈ ਜ਼ੁਲਮ ਨਹੀਂ ਕੀਤਾ, ਤੂੰ ਜਿਹੜਾ ਹੈਗਾ ਆ
ਬੇਗੁਨਾਹ ਹੈ, ਇਹਦੇ 'ਚ ਤੈਨੂੰ ਮੌਕਾ ਦਿੱਤਾ ਜਾਏਗਾ। ਹੁਣ ਹੋਰ ਕੋਈ ਚਾਂਸ ਤੇ ਹੈ ਨਹੀਂਗਾ, ਹੋਰ ਕੋਈ ਤਰੀਕਾ ਤੇ ਹੈ ਨਹੀਂਗਾ, ਚੋਇਸ ਕੋਈ ਹੈ ਨਹੀਂਗੀ। ਇਸ ਕਰਕੇ ਉਹਨੇ ਕਿਹਾ ਠੀਕ ਹੈ। ਹੁਣ ਜਿਹੜਾ ਉਹਨੇ ਉਸ ਨੂੰ ਚਾਂਸ ਦਿੱਤਾ, ਚਾਂਸ ਐਵੇਂ ਦਿੱਤਾ ਕਿ ਉਸ ਰਾਜੇ ਦੇ ਕਿਲੇ ਦੇ ਬਾਹਰ-ਬਾਹਰ ਜਿਹੜਾ ਸ਼ਾਹੀ ਦਰਬਾਰ ਜਾਂ ਸ਼ਾਹੀ ਦੀਵਾਨ ਦਾ ਹੈ ਉਹ ਲੱਗਦਾ, ਜਿੱਥੇ ਉਹਦੇ ਦਰਵਾਜ਼ੇ ਦੇ ਸਾਹਮਣੇ ਉਸ ਨੂੰ ਚੜ੍ਹਦੀ ਸਵੇਰ ਖੜਾ ਕੀਤਾ ਜਾਏਗਾ। ਉਹਦੇ ਹੱਥਾਂ ਦੇ ਵਿੱਚ ਇੱਕ ਲਪਾਲਪ ਕੰਨਾਂ ਤੱਕ ਭਰਿਆ ਹੋਇਆ ਦੁੱਧ ਦਾ ਕਟੋਰਾ ਫੜਾ ਦਿੱਤਾ ਜਾਏਗਾ ਤੇ ਉਸ ਨੂੰ ਸਾਰੇ ਸ਼ਹਿਰ ਦਾ ਚੱਕਰ ਲਗਾਇਆ ਜਾਏਗਾ। ਜੇਕਰ ਉਸ ਦੁੱਧ ਦੇ ਕਟੋਰੇ ਵਿੱਚੋਂ ਇੱਕ ਬੂੰਦ ਵੀ ਥੱਲੇ ਗਿਰ ਗਈ, ਸਮਝੋ ਜ਼ੁਲਮ ਸਾਬਤ ਹੈ। ਉਸੇ ਵਕਤ ਕੋਤਵਾਲ ਆਪਣੀ ਤਲਵਾਰ ਦੇ ਨਾਲ ਇਹਦਾ ਸਿਰ ਵੱਢ ਦੇਗਾ। ਜੇਕਰ ਇਹ ਕਟੋਰਾ ਉਸੇ ਤਰੀਕੇ ਦੇ ਨਾਲ ਹੀ ਜਿਵੇਂ ਹੱਥਾਂ 'ਤੇ ਰੱਖਿਆ ਗਿਆ ਪੂਰੇ ਸ਼ਹਿਰ ਦਾ ਚੱਕਰ ਲਗਾ ਕੇ ਵਾਪਸ ਉਸੇ ਜਗ੍ਹਾ 'ਤੇ ਆ ਜਾਂਦਾ ਹੈ ਤੇ ਕਟੋਰਾ ਵਾਪਸ ਕੋਤਵਾਲ ਨੂੰ ਫੜਾ ਦਿੰਦਾ ਹੈ, ਇਹਨੂੰ ਮੁਆਫ ਕਰਤਾ ਜਾਏਗਾ। ਹੁਣ ਕੋਈ ਹੋਰ ਚੋਇਸ ਹੈ ਨਹੀਂ, ਇਹਨੇ ਉਹਦੇ ਉਸ ਐਕਟੀਵਿਟੀ 'ਚ ਪਾਰਟੀਸਪੇਟ ਕਰਨਾ ਹੈ। ਹੱਥਾਂ 'ਚ ਦੁੱਧ ਦਾ ਕਟੋਰਾ ਫੜਿਆ, ਕੰਬਦੇ ਹੋਏ ਡਰਦੇ ਹੋਏ ਹੱਥ ਨੇ, ਡਰਦੇ ਹੋਏ ਪੈਰ ਨੇ, ਤੁਰਿਆ ਜਾਂਦਾ। ਇੱਕ ਗਲੀ, ਇੱਕ ਕੂਚਾ, ਇੱਕ ਬਾਜ਼ਾਰ, ਇੱਕ ਮੁਹੱਲਾ, ਇਸ ਤਰੀਕੇ ਨਾਲ ਕਰਦਿਆਂ ਅਖੀਰ ਕੁਝ ਕਰਨਾ ਕਰਤਾਰ ਦਾ ਜਿਸ ਜਗ੍ਹਾ ਤੋਂ ਤੁਰਿਆ ਸੀ ਉਸ ਜਗ੍ਹਾ 'ਤੇ ਵਾਪਸ ਪਹੁੰਚ ਗਿਆ। ਜਿਵੇਂ ਹੀ ਪਹੁੰਚਿਆ ਤੇ ਉਹ ਜਿਹੜਾ ਕਟੋਰਾ ਸੀਗਾ ਕੋਤਵਾਲ ਦੇ ਹੱਥਾਂ 'ਤੇ ਰੱਖਿਆ ਤੇ ਥੋੜ੍ਹਾ ਜਿਹਾ ਲੰਮਾ ਸਾਹ ਲਿਆ। ਅਜੇ ਸਾਹ ਲੈ ਰਿਹਾ ਸੀਗਾ, ਕਿਸੇ ਨੇ ਬਾਂਹ ਫੜ ਕੇ ਕਿਹਾ, ਓਏ ਸੱਜਣਾ, ਵੇਖਿਆ ਸੀ ਫਲਾਂ ਬਾਜ਼ਾਰ 'ਚ ਕਿੰਨੀ ਰੌਣਕ ਸੀਗੀ, ਵੇਖਿਆ ਸੀ ਫਲਾਂ ਕੂਚੇ ਦੇ 'ਚ ਕਿਵੇਂ ਦੀਆਂ ਮਹਿਫਲਾਂ ਚੱਲ ਰਹੀਆਂ ਸੀਗੀਆਂ। ਜਦੋਂ ਇਹੋ ਜਿਹੀਆਂ ਬਾਤਾਂ ਕਹੀਆਂ ਨਾ, ਤੂੰ ਫਟਾਫਟ ਬਾਂਹ ਛੁਡਾਈ ਤੇ ਬਾਂਹ ਛੁਡਾ ਕੇ ਕਹਿੰਦਾ, ਕੀ ਪਾਗਲਪਨ ਹੈ, ਮੈਂ ਸਜਾਏ ਮੌਤ ਭੁਗਤ ਰਿਹਾ ਇੱਥੇ, ਤੂੰ ਕੀ ਸੋਚਦਾ ਹੈ ਕਿ ਮੈਂ ਉੱਥੇ ਤਮਾਸ਼ੇ ਵੇਖ ਰਿਹਾ ਸੀ, ਮੈਂ ਉੱਥੇ ਕੂਚੇ ਦੇ ਵਿੱਚ ਪਏ ਹੋਏ ਲੋਕਾਂ ਦਾ ਮਜ਼ਮਾ ਦੇਖ ਰਿਹਾ ਸੀ? ਨਾ 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 ਨਾ, ਸੱਚ ਇਹ ਹੈ ਮੇਰੀ ਤੇ ਇਸ ਕਟੋਰੇ ਤੋਂ ਇੱਕ ਸੈਕਿੰਡ ਲਈ, ਇੱਕ ਨੈਨੋ ਸੈਕਿੰਡ ਲਈ, ਇੱਕ ਨਿਮਖ ਪਲ ਲਈ ਵੀ ਨਜ਼ਰ ਇੱਧਰ ਤੋਂ ਇੱਧਰ ਨਹੀਂ ਹੋਈ। ਜਦੋਂ ਇਹ ਬਾਤ ਸਾਰੀ ਕਹਿ ਰਿਹਾ ਤਾਂ ਬੜੇ ਗੌਰ ਨਾਲ ਦੇਖਦਾ ਹੈ, ਬੰਦਾ ਕੌਣ ਹੈ? ਬੰਦਾ ਹੈ ਫਕੀਰ, ਜਿਹਨੂੰ ਕਦੀ ਨੇ ਸਵਾਲ ਪੁੱਛਿਆ ਸੀਗਾ ਕਿ ਜੇਕਰ ਕੋਈ ਨਾਮ ਜਪਣ ਦਾ ਤਰੀਕਾ ਹੈ ਤੇ ਦੱਸ, ਨਹੀਂ ਤੇ ਛੱਡ ਪਰਾਏ, ਨਾਮ ਵਾਲੀ ਬਾਤ ਮੈਨੂੰ ਨਹੀਂ ਸਮਝ ਆਉਂਦੀ। ਜਿਵੇਂ ਉਹਨੇ ਬਾਤ ਜੇ ਮੁਕਾਈ ਹੈ, ਉਹ ਫਕੀਰ ਬਾਬਾ ਜਵਾਬ ਦਿੰਦਾ ਹੈ, ਕਹਿਣ ਲੱਗਾ, ਨੌਜਵਾਨ, ਬਸ ਆਹੀ ਗੱਲ ਹੈ, ਤੈਨੂੰ ਇਹ ਚੀਜ਼ ਵਿਸਰਦੀ ਅੱਜ ਨਹੀਂ ਨਜ਼ਰ ਪਈ, ਅੱਜ ਤੂੰ ਬਿਲਕੁਲ ਇਹਨੂੰ ਚੇਤੇ ਰੱਖਿਆ, ਮੈਂ ਹਰ ਵਕਤ ਚੇਤੇ ਰੱਖਦਾ। ਗੁਰੂ ਬਾਬਾ ਜੀ ਜਿਵੇਂ ਕਿਆ ਸਾਡੇ ਅਸੀਂ ਕਈ ਵਾਰ ਦੇਖਦੇ ਹਾਂ ਯੋਗੀ ਕਿਰਿਆਵਾਂ ਦੇ ਵਿੱਚ ਬਰੀਥਿੰਗ ਦੇ ਉੱਤੇ ਬੜਾ ਪੈਟਰਨ ਜਿਹੜਾ ਹੈਗਾ ਉਹਦੇ ਉੱਤੇ ਫੋਕਸ ਕਰਕੇ ਮੈਡੀਟੇਸ਼ਨ ਕਰਾਉਂਦੇ, ਇਹੋ ਜਿਹੀਆਂ ਚੀਜ਼ਾਂ ਕਰਾਉਂਦੇ। ਹਾਲਾਂਕਿ ਐਕਸਰਸਾਈਜ਼ ਸਾਈਡ ਤੋਂ ਬੜੀ ਕਮਾਲ ਦੀ ਚੀਜ਼ ਆ ਉਹ, ਪਰ ਜੇਕਰ ਸਹੀ ਰੂਪ ਵਿੱਚ ਦੇਖਿਆ ਜਾਏ ਤੇ ਇਹਦਾ ਮਾਇਨਾ ਕੀ ਹੈ? ਆਪਣੀ ਬਰੀਥਿੰਗ ਤੇ ਕੰਸਨਟਰੇਟ ਕਰ, ਸਾਹਾਂ ਤੇ ਕੰਸਨਟਰੇਟ ਕਰ, ਜਿਹਨੂੰ ਗੁਰਬਾਣੀ 'ਚ ਕਿਹਾ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਇਹ ਗੁਜ਼ਰਦੀ ਹੋਈ ਜ਼ਿੰਦਗੀ ਦੇ ਸਾਹਾਂ ਨੂੰ ਦੇਖ, ਤੂੰ ਮਹਿਮਾਨ ਹੈ ਧਰਤੀ ਤੇ। ਇਹ ਚੇਤੇ ਰੱਖ, ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ। ਇੱਥੋਂ ਨਾਮ ਦੀ ਐਕਚੁਅਲ ਲੈਵਲ ਤੇ ਬੰਦੇ ਨੂੰ ਸਮਝ ਆਉਣੀ ਸ਼ੁਰੂ ਹੁੰਦੀ ਹੈ, ਮੈਂ ਵਕਤੀ ਤੌਰ ਤੇ ਹਾਂ ਇੱਥੇ, ਮੈਂ ਸਦਾ ਇੱਥੇ ਨਹੀਂ ਰਹਿਣਾ, ਇੱਥੇ ਮੁਕਾਮ ਕਰ ਕਰ ਬੈਸਣਾ, ਨਿਤ ਚੱਲਣੇ ਕੀ ਤੋਖ। ਇੱਥੇ ਕਾਹਦਾ ਮੁਕਾਮ ਬਣਾਉਣਾ ਭਾਈ? ਨਿਤਾ ਪ੍ਰਤੀ ਆਵਾਜ਼ਾਂ ਪੈ ਰਹੀਆਂ ਚੱਲਣ ਦੀਆਂ। ਇਸ ਲਈ ਕਾਲ ਚਿੰਤਨ ਇਹ ਪਹਿਲਾ ਪੜਾਅ ਆ। ਅਹਿਸਾਸ ਇਹ ਕਰਨਾ ਜੀਵਨ ਥੋੜ੍ਹ ਚਿਰ ਆਇਆ। ਜਪਜੀ ਸਾਹਿਬ ਹੀ ਪੜ੍ਹਦੇ ਆ, ਰਾਤੀ ਰੁੱਤੀ ਥਿੱਤੀ ਵਾਰ, ਪੌਣ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਇਹ ਧਰਮਸ਼ਾਲਾ ਆ, ਇੱਥੇ ਪੱਕਾ ਟਿਕਾਣਾ ਨਹੀਂ ਹੈ। ਮੇਰੇ ਤੋਂ ਪਹਿਲਾਂ ਕਈ ਆਏ, ਮੇਰੇ ਨਾਲ ਕਈ ਆਏ, ਨਾ ਪਹਿਲੇ ਰਹੇ, ਮੇਰੇ ਨਾਲ ਵਾਲੇ ਜਾ ਰਹੇ ਨੇ, ਮੈਂ ਵੀ ਜਾਣਾ ਤੇ ਆਉਣ ਵਾਲੇ ਵੀ ਜਾਣਗੇ ਤੇ ਆਉਣਗੇ। ਇਹ ਪਸਾਰਾ ਇਸੇ ਤਰੀਕੇ ਨਾਲ ਪਸਰਿਆ ਹੋਇਆ। ਗੁਰੂ ਬਾਬਾ ਜੀ ਕਹਿੰਦੇ ਜਿੱਥੇ ਖਾਣਾ ਪੀਣਾ, ਹੱਸਣਾ ਸੌਣਾ ਸਭ ਚੀਜ਼ਾਂ ਯਾਦ ਨੇ, ਇਹ ਵੀ ਅਹਿਸਾਸ ਰੱਖੀਏ, ਅਲਟੀਮੇਟਲੀ ਵਧਾਏਗੀ ਵੀ ਹੈ। ਇੱਥੇ ਸੰਸਾਰ ਦੇ ਨਾਲ ਅਟੈਚਮੈਂਟ ਹੋਏ ਸਾਡੀ, ਪਰ ਡਿਟੈਚਮੈਂਟ ਵੀ ਹੋਏ। ਇੱਥੇ ਤੇ ਬਚਨੇ ਜਿੱਤ ਆਸਨ ਹਮ ਬੈਠੇ ਕਿਤੇ ਬੈਸ ਗਏ ਆ। ਜਿੱਥੇ ਅਸੀਂ ਬੈਠੇ ਹਾਂ ਪਤਾ ਨਹੀਂ ਕਿੰਨੇ ਬਹਿ ਬਹਿ ਕੇ ਤੁਰ ਗਏ ਨੇ ਇੱਥੇ। ਇਹ ਕਿਸੇ ਦਾ ਪੱਕਾ ਮੁਕਾਮ ਟਿਕਾਣਾ ਨਹੀਂਗਾ। ਬੰਦੇ ਦੀ ਸੁਰਤ 'ਚ ਅਹਿਸਾਸ ਆ ਜਾਏ, ਇਹਦੇ ਨਾਲ ਬੰਦੇ ਨੂੰ ਫਿਰ ਅਮਲ ਚੇਤੇ ਆਉਂਦਾ ਹੈ। ਮੈਂ ਜੇ ਵਕਤੀ ਤੌਰ ਤੇ ਥੋੜੇ ਸਮੇਂ ਲਈ ਆਇਆ, ਜਿਵੇਂ ਜੇ ਹੁਣੇ ਬਾਤ ਕੀਤੀ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਇਹ ਤੇ ਪ੍ਰਿੰਸੀਪਲ ਹਰਭਜਨ ਸਿੰਘ ਨੇ ਬੜੀ ਕਮਾਲ ਦੀ ਮਿਸਾਲ ਸੈੱਟ ਕੀਤੀ। ਨਾਮ ਨੂੰ ਸਮਝੀਏ, ਨਾਮ ਕੀ ਹੈ? ਇਹ ਸਿਰਫ ਅੱਖਰ ਅਭਿਆਸ ਜਾਂ ਕਿਸੇ ਇਸ ਕਿਸਮ ਦੀ ਚੀਜ਼ ਨਾਲ ਨਹੀਂ ਜੁੜਿਆ, ਇਹਦੇ ਵਿੱਚ ਇੱਕ ਪੂਰੇ ਦਾ ਪੂਰਾ ਜੀਵਨ ਦਾ
ਜੀਵਨ ਨੂੰ ਡਿਸਿਪਲਿਨ ਕਰਨ ਵਾਲਾ, ਇੱਕ ਅਨੁਸ਼ਾਸਿਤ ਕਰਨ ਵਾਲਾ, ਇੱਕ ਜੀਵਨ ਦੇ ਚੰਗੇ ਪ੍ਰਬੰਧਨ ਨੂੰ, ਇੱਕ ਜੀਵਨ ਦੇ ਚੰਗੇ ਇੱਕ ਸੋਲਿਡ ਕੋਡ ਆਫ ਕੰਡਕਟ ਨੂੰ ਫੋਲੋ ਕਰਨ ਦੀ ਬਾਤ ਵੀ ਇਹਦੇ 'ਚ ਆਉਂਦੀ ਹੈ। ਖੈਰ, ਜਿਹੜੀ ਬਾਤ ਕਰਨ ਲੱਗਾ ਸੀ ਪ੍ਰਿੰਸੀਪਲ ਸਾਹਿਬ ਦੀ, ਉਹ ਜ਼ਿਕਰ ਕਰਦੇ, ਕਹਿੰਦੇ ਕਿ ਕੋਈ ਧਰਮਸ਼ਾਲਾ ਆ ਅਤੇ ਉਸ ਧਰਮਸ਼ਾਲਾ ਦੇ ਵਿੱਚ ਉਹਨਾਂ ਦੇ ਕੋਲ ਅਕਸਰ ਲੋਕ ਆਉਂਦੇ ਨੇ, ਰਾਤ ਗੁਜ਼ਾਰ ਕੇ ਤੁਰ ਜਾਂਦੇ ਨੇ। ਅੱਜ ਕੀ ਹੋਇਆ ਕਿ ਕੋਈ ਸ਼ਾਮ ਕੋਈ ਪਰਿਵਾਰ ਆਇਆ ਅਤੇ ਉਹਨਾਂ ਨੇ ਆ ਕੇ ਕਮਰੇ ਦੀ ਮੰਗ ਕੀਤੀ ਹੈ। ਮੈਨੇਜਰ ਨੇ ਕਮਰਾ ਪ੍ਰੋਵਾਈਡ ਕਰ ਦਿੱਤਾ ਹੈ। ਉਹਨਾਂ ਨੇ ਉਸ ਕਮਰੇ 'ਚ ਜਾਣਾ ਕੀਤਾ ਅਤੇ ਜਾ ਕੇ ਉੱਥੇ ਉਹ ਜੋ ਹੈਗਾ ਜਿਵੇਂ ਗਏ ਨੇ, ਅਤੇ ਉਹਨਾਂ ਨੇ ਜਾ ਕੇ ਉੱਥੇ ਆਪਣੇ ਤੌਰ 'ਤੇ ਉਸ ਵਾਸ਼ਰੂਮ ਉੱਥੇ ਯੂਜ਼ ਕੀਤਾ ਆ। ਉਹ ਸਾਰਾ ਕਮਰੇ ਨੂੰ ਜਿਸ ਆਪਣਾ ਸਮਾਨ ਵਗੈਰਾ ਖੋਲ੍ਹਿਆ ਆ, ਆਪਣਾ ਕੁਝ ਫੂਡ ਲੈ ਕੇ ਆਏ ਸੀ, ਫੂਡ ਨਾਲ ਖਾਣਾ ਸ਼ੁਰੂ ਕਰ ਦਿੱਤਾ। ਕੁਝ ਮੂੰਗਫਲੀ ਵਗੈਰਾ ਚੱਬੀ ਉਹਨਾਂ ਨੇ, ਕੁਝ ਹੋਰ ਚੀਜ਼ਾਂ, ਸਾਰਾ ਕਮਰੇ ਦੇ ਵਿੱਚ ਮੈਸ ਪਾ ਦਿੱਤੀ। ਖੈਰ, ਰਾਤ ਗੁਜ਼ਾਰ ਕੇ ਅਰਲੀ ਮਾਰਨਿੰਗ ਉਹਨਾਂ ਨੇ ਜਲਦੀ ਕੋਈ ਆਪਣੀ ਟ੍ਰੇਨ ਫੜਨੀ ਹੈ, ਕਿਤੇ ਜਾਣਾ ਆ। ਅਤੇ ਉਹ ਜਦੋਂ ਜਾਣ ਲੱਗੇ, ਉਹਨਾਂ ਦੇ ਸ਼ੂਜ਼ ਵਗੈਰਾ ਕੁਝ ਖਰਾਬ ਨੇ, ਉਹਨਾਂ ਬੈੱਡ ਸ਼ੀਟ ਉਤਾਰੀ ਅਤੇ ਉਹਦੇ ਨਾਲ ਆਪਣੇ ਸ਼ੂਜ਼ ਵਗੈਰਾ ਸਾਰੇ ਸਾਫ਼ ਕੀਤੇ, ਜੋ ਸਮਾਨ ਕਿਤੇ ਸੀਗਾ, ਸਭ ਕੁਝ ਕਰਾ ਕੇ ਕਮਰੇ ਨੂੰ ਲਗਾਇਆ ਲੌਕ। ਜਾਣ ਲੱਗਿਆ ਉਹ ਜਿਹੜੀ ਚਾਬੀ ਸੀਗੀ, ਉਹ ਜਿਹੜਾ ਡੈਜ਼ਿਗਨੇਟਿਡ ਪਲੇਸ ਸੀਗਾ, ਉੱਥੇ ਛੱਡ ਕੇ ਉਹ ਚਲੇ ਗਏ। ਜਿਵੇਂ ਹੀ ਅਗਲਾ ਦਿਨ ਬਤੀਤ ਹੋਇਆ, ਜਿਹੜੇ ਖਾਸ ਕਰਕੇ ਸਵੀਪਰਸ ਵਗੈਰਾ ਹੁੰਦੇ ਨੇ, ਸਫਾਈ ਕਰਨ ਵਾਲੇ, ਉਹ ਆਏ ਆ ਅਤੇ ਉਹ ਦੁਪਹਿਰੇ ਉਹਨੇ ਆ ਕੇ ਦਰਵਾਜ਼ਾ ਖੋਲ੍ਹਿਆ ਤਾਂ ਉਹਨੇ ਦੇਖਿਆ ਅੰਦਰੋਂ ਫੂਡ ਦੀ ਸਮੈਲ ਆ ਰਹੀ ਹੈ, ਸੜਾਂਦ ਆ ਰਹੀ ਹੈ। ਬੈੱਡ ਸ਼ੀਟਸ ਜਿਹੜੀਆਂ ਨੇ ਉਹ ਸਾਰੀਆਂ ਗੰਦੀਆਂ ਹੋਈਆਂ ਪਈਆਂ ਨੇ, ਸਾਰਾ ਕਮਰਾ ਗੰਦਗੀ ਫੈਲੀ ਪਈ ਚਾਰ ਚੁਫੇਰੇ। ਹੋ ਆਹ ਕੀ ਬਣਿਆ? ਉਹਨੇ ਰਾਈਟ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਮੈਨੇਜਰ ਨੂੰ ਕਿਹਾ, ਕਹਿਣ ਲੱਗਾ ਜੀ ਉਸ ਕਮਰੇ ਦੀ ਸਫਾਈ ਵਾਸਤੇ that need a lot of labor, a lot of work, so I don't have that much time today. I will start tomorrow. ਮੈਂ ਕੱਲ੍ਹ ਨੂੰ ਇਹਨੂੰ ਸ਼ੁਰੂ ਕਰਾਂਗਾ ਅਤੇ ਕੱਲ੍ਹ ਨੂੰ ਇਹਦੀ ਸਫਾਈ ਕਰਾਂਗਾ, ਅੱਜ ਮੇਰੇ ਮਸਤੀ ਖੇਡ ਨਹੀਂ ਹੈ। ਜੀ ਹੁਣ ਹਾਲਾਂਕਿ ਕਹਾਣੀ ਨੂੰਮਾਂ ਬਾਤ ਪ੍ਰਿੰਸੀਪਲ ਸਾਹਿਬ ਲਿਖ ਰਹੇ ਨੇ ਇਹਦੇ 'ਚ। ਧਰਤੀ ਦੇ ਉੱਤੇ ਮਨੁੱਖਾਂ ਦਾ ਆਉਣਾ, ਬਾਣੀ ਕਹਿੰਦੀ ਆਵਨ ਆਇਓ ਸ੍ਰਿਸ਼ਟ ਮੈਂ, ਕਰਤਾਰ ਦੇ ਭੇਜੇ ਮਨੁੱਖ ਧਰਤੀ ਤੇ ਆ ਰਹੇ ਨੇ। ਪਰ ਇਹਨਾਂ ਦੇ ਆਉਣ ਤੋਂ ਬਾਅਦ ਇਹਨਾਂ ਨੇ ਕਿਹੋ ਜਿਹਾ ਜੀਵਨ ਯਾਪਨ ਕੀਤਾ। ਉਹ ਵੀ ਲੋਕ ਨੇ ਜਿਹੜੇ ਧਰਤੀ 'ਤੇ ਕੰਡੇ ਖਿਲਾਰ ਗਏ, ਉਹ ਵੀ ਲੋਕ ਨੇ ਜਿਹੜੇ ਆਪਣੇ ਵਾਸਤੇ ਦੂਜਿਆਂ ਵਾਸਤੇ ਗੰਦਗੀ ਫੈਲਾ ਗਏ, ਮੈਸੀ ਬਣਾ ਗਏ ਚਾਰ ਚੁਫੇਰੇ। ਹੁਣ ਜਦੋਂ ਯਾਦ ਕੀਤਾ ਜਾਏਗਾ, ਆਪਾਂ ਜੇ ਅੱਜ ਵੀ ਔਰੰਗਜ਼ੇਬ ਨੂੰ ਯਾਦ ਕਰਦੇ ਹਾਂ, ਅਸੀਂ ਚੰਗੇਜ਼ ਖਾਨ ਨੂੰ ਯਾਦ ਕਰਦੇ ਹਾਂ, ਹਿਟਲਰ ਨੂੰ ਯਾਦ, ਮੈਂ ਬੇਨਤੀ ਕੀਤੀ, ਕੋਈ ਵੀ ਚੀਜ਼, ਅਤੇ ਕਾਲ ਜਿਹੜਾ ਆ ਇਹ ਸਭ ਨੂੰ ਮੌਕਾ ਵੀ ਦਿੰਦਾ ਅਤੇ ਸਭ ਨੂੰ ਆਪਣੇ ਵਿੱਚ ਅਮਾ ਵੀ ਲੈਂਦਾ। ਇਹਦੀ ਗਲੋਰੀ ਹੈ, ਬਿਊਟੀ ਹੈ। ਇੱਥੇ ਤੇ ਸਿੱਧੇ ਤੌਰ 'ਤੇ ਬਚਨ ਕਿਹਾ, ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ। ਬੜੇ ਵੱਡੇ ਕੋੜਮਿਆਂ ਵਾਲੇ, ਬੜੇ ਵੱਡੇ ਟੱਬਰਾਂ ਵਾਲੇ, ਬੜੇ ਵੱਡੇ ਪਾਵਰਫੁਲ ਲੋਕ ਜਿਹੜੇ ਨਹੀਂ ਰਹਿ ਸਕਦਾ ਇੱਥੇ। ਅਲਟੀਮੇਟਲੀ ਸਭ ਦੀ ਵਿਦਾਇਗੀ ਹੋਈ ਇਸ ਕਾਇਨਾਤ। ਇੱਕ ਕੀ ਚੰਗਾ ਤੇ ਕੀ ਮਾੜਾ। ਹਾਂ, ਜਿਹੜੀ ਚੀਜ਼ ਯਾਦ ਰਹਿੰਦੀ ਹੈ ਉਹ ਹੈ ਅਮਲ ਅਮਾਲ। ਕੈਸਾ ਕਰਮ ਕੀਤਾ ਬੰਦੇ ਨੇ ਆਪਣੇ ਲਈ, ਦੂਜਿਆਂ ਲਈ। ਖੈਰ, ਉਹ ਜਿਹੜੀ ਬਾਤ ਹੋ ਰਹੀ ਸੀਗੀ, ਉਹ ਜਿਵੇਂ ਇਹ ਗੱਲ ਹੋਈ, ਮੈਨੇਜਰ ਨੇ ਆਪ ਜਾ ਕੇ ਦਰਵਾਜ਼ਾ ਖੋਲ੍ਹਿਆ, ਦੇਖਿਆ ਉਹ ਬੜੀ ਗੰਦਗੀ ਪਈ। ਉਹਨੇ ਕਿਹਾ ਵਾਕਿਆ ਚੀਜ਼ ਸਵੀਪਰ ਠੀਕ ਕਹਿੰਦਾ ਸੀਗਾ, ਇਟਸ ਨੋਟ ਐਕਚੁਅਲੀ ਈਜ਼ੀ ਜੋਬ ਟੂ ਕਲੀਨ ਆਲ ਦੈਟ ਮੈਸ। ਉਹਨੇ ਦਰਵਾਜ਼ਾ ਬੰਦ ਕੀਤਾ ਅਤੇ ਆਪਣੇ ਕਹਿੰਦਾ ਠੀਕ ਹੈ, ਕੱਲ੍ਹ ਨੂੰ ਸਾਫ਼ ਕਰੇਗਾ। ਖੈਰ, ਦਿਨ ਨਿਕਲ ਗਿਆ, ਸ਼ਾਮ ਪਈ ਅਤੇ ਅੱਜ ਸ਼ਾਮ ਨੂੰ ਬਹੁਤ ਸਾਰੇ ਹੋਰ ਲੋਕ ਆ ਗਏ ਕਮਰੇ ਲੈਣ ਵਾਲੇ। ਉਹਨਾਂ ਡਿਫਰੈਂਟ ਨੂੰ ਕਮਰੇ ਜਿਹੜੇ ਨੇ ਸਾਰਿਆਂ ਨੂੰ ਅਲਾਟ ਕਰ ਦਿੱਤੇ। ਕੀ ਹੋਇਆ ਕਿ ਕਾਫੀ ਦੇਰ ਹੋ ਗਈ ਅਤੇ ਇੱਕ ਫੈਮਿਲੀ ਆਈ ਤਾਂ ਉਹਨਾਂ ਆ ਕੇ ਕਿਹਾ ਵੀ ਸਾਨੂੰ ਕਮਰਾ ਚਾਹੀਦਾ। ਉਹ ਕਹਿੰਦੇ ਜੀ ਕਮਰਾ ਨਹੀਂ ਹੈ। ਉਹਨਾਂ ਬੜੀ ਰਿਕੁਐਸਟ ਕੀਤੀ। ਉਹ ਕਹਿੰਦੇ ਵੀ ਸੌਰੀ, ਸਾਡੇ ਕੋਲ ਹੋਰ ਕੁਛ ਨਹੀਂ ਅਤੇ ਸਮਾਨ ਰੱਖਣ ਲਈ ਸਾਨੂੰ ਕੋਈ ਜਗ੍ਹਾ ਦੇ ਦਿਓ ਤਾਂ ਕਿ ਅਸੀਂ 2-4 ਪਲ ਲੈ ਲਈਏ ਅਤੇ ਸਵੇਰੇ ਸਾਡੀ ਅਰਲੀ ਮਾਰਨਿੰਗ ਇੱਥੋਂ ਟ੍ਰੇਨ ਵਗੈਰਾ ਅਸੀਂ ਫੜ ਲੈਣੀ, ਸਿਰਫ ਰਾਤ ਹੀ ਗੁਜ਼ਰਨੀ ਹੈ। ਮੈਨੇਜਰ ਨੂੰ ਥੋੜ੍ਹਾ ਉਹਨਾਂ ਦਾ ਬਾਤ ਬੜੀ ਵਾਜਬ ਲੱਗੀ। ਉਹਨੇ ਕਿਹਾ ਵੀ ਗੱਲ ਇਹ ਹੈ, ਕਮਰਾ ਤਾਂ ਹੈ ਇੱਕ, ਪਰ ਗੰਦਾ ਬਹੁਤ ਹੈ। ਬੀਤੇ ਕੱਲ੍ਹ ਇੱਕ ਪਰਿਵਾਰ ਆਇਆ ਸੀ, ਬੜੀ ਗੰਦਗੀ ਫੈਲਾ ਗਿਆ। ਸਾਡੇ ਕੋਲ ਉਹਨੂੰ ਸਫਾਈ ਕਰਨ ਦਾ ਸਮਾਂ ਨਹੀਂ ਬਣਿਆ। ਹਾਂ, ਤੁਹਾਨੂੰ ਸਮਾਨ ਵਗੈਰਾ ਰੱਖਣੇ 'ਚੋਂ ਹੈਲਪ ਮਿਲ ਸਕਦੀ। ਉਹ ਕਹਿੰਦੇ ਕੋਈ ਗੱਲ ਨਹੀਂ, ਤੁਸੀਂ ਚਾਬੀ ਦੇ ਦਿਓ। ਉਹਨਾਂ ਦਰਵਾਜ਼ਾ ਖੋਲ੍ਹਿਆ, ਵਾਕਿਆ 'ਚ ਗੰਦਗੀ ਫੈਲੀ ਚਾਰ ਚੁਫੇਰੇ। ਹੁਣ ਹਸਬੈਂਡ ਵਾਈਫ ਨੇ, ਉਹਨਾਂ ਨੇ ਆ ਕੇ ਦੇਖਿਆ ਸਾਰਾ ਕੁਛ। ਉਹਨੇ ਕਿਹਾ, ਵਾਈਫ ਨੇ ਸਾਰਾ ਦੇਖ ਕੇ ਮੁਆਇਨਾ ਕਰਕੇ ਉਹ ਹਸਬੈਂਡ ਨੂੰ ਆਵਾਜ਼ ਮਾਰ ਕੇ ਅਤੇ ਕਹਿੰਦੀ ਇੱਕ ਕੰਮ ਕਰੋ, ਮੈਨੂੰ ਬਾਹਰੋਂ ਝਾੜੂ ਫੜਾਓ, ਮੈਂ ਝਾੜੂ ਫੇਰਦੀ ਹਾਂ। ਬੈੱਡ ਸ਼ੀਟਾਂ ਵੀ ਬੜੀਆਂ ਗੰਦੀਆਂ ਨੇ, ਤੁਸੀਂ ਥੱਲੇ ਦੇਖੋ ਜੇ ਕੋਈ ਸ਼ੌਪ ਇਸ ਵਕਤ ਖੁੱਲ੍ਹੀ ਹੈ ਅਤੇ ਕੋਈ ਸਾਬਣ ਦੀ ਟਿੱਕੀ ਵਗੈਰਾ ਪਕੜ ਲਿਆਓ ਤਾਂ ਕਿ ਇਹ
ਬੈੱਡ ਸ਼ੀਟਸ ਵਗੈਰਾ ਧੋਤੀਆਂ ਜਾ ਸਕਣ, ਜਾਂ ਕੁਝ ਹੋਰ ਉਹਨੇ ਕੁਝ ਸਮਾਨ ਦੱਸਿਆ। ਉਹ ਹਸਬੈਂਡ ਉਸ ਪਾਸੇ ਚਲਾ ਗਿਆ, ਵਾਈਫ ਸਾਫ਼ ਕਰਨ ਲੱਗ ਗਈ, ਉਹਨੇ ਸਾਰਾ ਝਾੜੂ ਵਗੈਰਾ ਫੇਰਿਆ। ਉਸ ਤੋਂ ਬਾਅਦ ਜਿੱਥੇ ਕੁਝ ਜ਼ਿਆਦਾ ਗੰਦਗੀ ਥੋੜ੍ਹੀ ਬਹੁਤ ਸੀ, ਕੁਝ ਮੱਪ ਵਗੈਰਾ ਵੀ ਉੱਥੇ ਕਰ ਦਿੱਤਾ। ਉਹ ਸੋਪ ਤੋਂ ਕੁਝ ਲੈ ਆਇਆ, ਉਹਦੇ ਨਾਲ ਉਹਨੇ ਬੈੱਡ ਸ਼ੀਟਸ ਵਗੈਰਾ ਸਾਫ਼ ਕਰ ਦਿੱਤੀਆਂ। ਉਹਨਾਂ ਨੇ ਜਿਵੇਂ ਸਾਡੇ ਉੱਥੇ ਭਾਰਤੀ ਖਿੱਤੇ ਤੁਹਾਨੂੰ ਪਤਾ ਐਨਵਾਇਰਮੈਂਟ ਕਾਫੀ ਟੈਂਪਰੇਚਰ ਹਾਈ ਹੁੰਦਾ, ਉਹਨਾਂ ਬੈੱਡ ਸ਼ੀਟਾਂ ਵਗੈਰਾ ਬਾਹਰ ਗੈਲਰੀ 'ਚ ਪਾ ਦਿੱਤੀਆਂ ਜਿੱਥੇ ਕਿਤੇ ਸੁੱਕ ਸਕਦੀਆਂ ਸੀਗੀਆਂ। ਨਾਲ ਹੀ ਉਹਨਾਂ ਨੇ ਹੋਰ ਕੋਈ ਸਾਫ਼ ਸਫਾਈ ਕੀਤੀ, ਕਾਫੀ ਸਮਾਂ ਬਤੀਤ ਕੀਤਾ। ਉਸ ਤੋਂ ਬਾਅਦ ਰੈਸਟ, ਜਿਹੜਾ ਥੋੜ੍ਹਾ ਬਹੁਤਾ ਸਮਾਂ ਬਚਿਆ ਉਹਨਾਂ ਰੈਸਟ ਕੀਤਾ ਉਹਨਾਂ ਦੇ। ਉਸ ਤੋਂ ਬਾਅਦ ਸਵੇਰ ਹੋ ਗਈ, ਉਹਨਾਂ ਨੇ ਜਾਣਾ ਉੱਥੋਂ। ਜਿਵੇਂ ਜਾਣ ਦਾ ਸਮਾਂ ਆਇਆ, ਉਹਨਾਂ ਨੇ ਬਾਹਰੋਂ ਬੈੱਡ ਸ਼ੀਟ ਚੁੱਕੀ, ਬੈੱਡ ਸ਼ੀਟ ਵਿਛਾ ਦਿੱਤੀ ਉੱਥੇ। ਕੁਝ ਉਹਨਾਂ ਦੇ ਕੋਲ ਪਰਫਿਊਮ ਵਗੈਰਾ ਸੀਗਾ, ਚੰਗੀ ਫ੍ਰੈਗਰੈਂਸ ਵਗੈਰਾ ਦੇ ਨਾਲ ਉਹਨਾਂ ਨੇ ਛਿੜਕਾਅ ਕਰ ਦਿੱਤਾ ਉੱਥੇ, ਤਾਂ ਕਿ ਇੱਥੇ ਕੋਈ ਸੜਾਹਨ ਸਮੈਲ ਨਾ ਆਏ। ਹੋਰ ਜੋ ਕੁਝ ਜਿੱਥੇ ਜਿੱਥੇ ਸੀਗਾ, ਆਪਣੇ ਸਮਾਨ ਵਿੱਚੋਂ ਇੱਕ ਕੈਲੰਡਰ ਕੱਢਿਆ ਉਸ ਸਾਲ ਦਾ, ਉਹ ਉਹਨਾਂ ਨੇ ਉਸ ਦੀ ਇੱਕ ਦੀਵਾਰ ਦੇ ਉੱਤੇ ਟੰਗ ਦਿੱਤਾ। ਸੇਮ ਵੇ ਦੇ ਨਾਲ ਦਰਵਾਜ਼ਾ ਬੰਦ ਕੀਤਾ, ਲੌਕ ਲਗਾਇਆ, ਤੇ ਜਾਣ ਲੱਗਿਆ ਚਾਬੀ ਉਸੇ ਡੈਜ਼ਿਗਨੇਟਿਡ ਪਲੇਸ ਦੇ ਉੱਤੇ ਰੱਖ ਕੇ ਉਹ ਨਿਕਲ ਗਏ। ਹੁਣ ਮੈਨੇਜਰ ਦੀ ਜਿਵੇਂ ਬਣੀ ਹੋਈ ਸੀ ਖਾਸ ਕਰਕੇ ਰਾਏ ਕਿ ਇਹ ਕਮਰਾ ਬੜਾ ਗੰਦਾ ਆਇਆ ਤੇ ਇਸਦੀ ਸਫਾਈ ਕਰਨੀ, ਬੜਾ ਜ਼ੋਰ ਲਗਾ ਕੇ ਉਹਨੇ ਬਕਾਇਦਾ ਤੌਰ 'ਤੇ 2 ਬੰਦੇ ਬੁਲਾਏ। 10-11 ਵਜੇ ਉਹਨੇ ਕਿਹਾ ਸਫਾਈ ਕਰਨੀ ਹੈ। ਤੇ ਇੱਕ ਦਿਨ ਇਤਨਾ ਗੰਦਾ ਸੀਗਾ, ਇੱਕ ਫੈਮਿਲੀ ਹੋਰ ਰਹਿ ਕੇ ਗਈ ਹੈ ਬੀਤੀ ਰਾਤ, ਤੇ ਹੋਰ ਜ਼ਿਆਦਾ ਖਰਾਬ ਗੰਦਾ ਹੋਏਗਾ। ਖੈਰ ਉਹ ਮੈਨੇਜਰ ਨੇ ਜਾ ਕੇ ਦਰਵਾਜ਼ਾ ਖੋਲ੍ਹਿਆ। ਜਿਵੇਂ ਦਰਵਾਜ਼ਾ ਖੋਲ੍ਹਦਿਆਂ ਨਾਲ ਅੰਦਰੋਂ ਸੜਾਹਟ ਆਉਣ ਦੀ ਖੁਸ਼ਬੂ ਆ ਰਹੀ ਹੈ, ਵੇਖ ਕੇ ਹੈਰਾਨ ਰਹਿ ਗਿਆ। ਦੁਬਾਰਾ ਉਹਨੇ ਬੰਦਾ ਭੇਜ ਕੇ ਥੱਲੇ ਉਹਨੇ ਕਿਹਾ ਚਾਬੀ ਚੈੱਕ ਕਰੋ, ਗਲਤ ਕਮਰੇ 'ਚ ਤਾਂ ਨਹੀਂ ਆ ਗਏ ਕਿਤੇ। ਉਹ ਕਹਿੰਦੇ ਨਹੀਂ ਜੀ, ਸੇਮ ਹੀ ਕਮਰਾ ਇਹੀ ਸੀਗਾ। ਠੀਕ ਹੈ, ਇੰਨੀ ਸਫਾਈ, ਬੈੱਡ ਸ਼ੀਟ ਵੀ ਧੁੱਪੀ ਹੈ, ਬਾਕੀ ਵੀ ਸਾਰਾ ਕੁਝ ਸਾਫ਼ ਹੈ, ਖੁਸ਼ਬੂ ਆ ਰਹੀ ਹੈ। ਫਿਰ ਉਹਨੇ ਹੋਰ ਦੇਖਿਆ, ਦੀਵਾਰ ਤੇ ਕੈਲੰਡਰ ਟੰਗਿਆ। ਇਹ ਸਾਰਾ ਕੁਝ ਦੇਖ ਕੇ ਬੀਤੇ ਕੱਲ ਉਹਦੇ ਮੂੰਹ 'ਚੋਂ ਆਵਾਜ਼ ਇਹ ਆ ਰਹੀ ਸੀ, ਪੱਠ ਪਏ ਇਹੋ ਜਿਹੇ ਲੋਕਾਂ ਨੂੰ, ਕਿਉਂ ਆਉਂਦੇ ਨੇ ਧਰਮਸ਼ਾਲਾ ਦੇ ਵਿੱਚ? ਇਹੋ ਜਿਹੇ ਲੋਕ ਨਾ ਹੀ ਆਉਣ ਤੇ ਭਲਾ ਆ। ਅੱਜ ਉਹਦੇ ਮੂੰਹ 'ਚੋਂ ਆਵਾਜ਼ ਆ ਰਹੀ ਹੈ, ਇਹੋ ਜਿਹੇ ਲੋਕ ਹੀ ਧਰਮਸ਼ਾਲਾ ਵਿੱਚ ਆਉਣ। ਧਰਮਸ਼ਾਲਾ 'ਚ ਇਹੋ ਜਿਹੇ ਲੋਕ ਹੀ ਆਉਣੇ ਸੋਭਦੇ ਨੇ। ਇਹ ਧਰਤੀ ਧਰਮਸ਼ਾਲਾ ਹੈ। ਇੱਥੇ ਕੁਦਰਤ ਦਾ ਜ਼ਰਰਾ ਜ਼ਰਰਾ ਉਹਨਾਂ ਨੂੰ ਅਹਿਸਾਸਾਤ ਯਾਦ ਕਰਦਾ ਆ। ਭਗਤ ਕਬੀਰ ਜੀ ਕਿਸ ਸਮੇਂ 'ਚ ਹੋਏ, ਕਿਸ ਸ਼ਹਿਰ, ਕਿਸ ਸੀਜ਼ਨ, ਕਿਨ ਵਕਤ 'ਚ ਹੋਏ, ਸਾਨੂੰ ਕੋਈ ਬਹੁਤਾ ਅਹਿਸਾਸ ਨਹੀਂ, ਪਰ ਅਸੀਂ ਯਾਦ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਉਹਨਾਂ ਦੇ ਕਰਮ ਯਾਦ ਕਰਦੇ ਹਾਂ। ਅਸੀਂ ਗੁਰੂ ਸਾਹਿਬ ਨੂੰ ਯਾਦ ਕਰਦੇ ਹਾਂ। ਅਸੀਂ ਗੁਰਬਾਣੀ ਦੇ ਜ਼ਰੀਏ ਕਿਤੇ ਪ੍ਰਹਿਲਾਦ ਜੀ ਦਾ ਜ਼ਿਕਰ ਪੜ੍ਹ ਰਹੇ ਹਾਂ, ਕਿਤੇ ਅਸੀਂ ਉਸ ਸਮੇਂ ਦੀਆਂ ਹੋਰ ਹਸਤੀਆਂ ਨੂੰ ਯਾਦ ਕਰਦੇ ਹਾਂ ਜਿਹਦੇ ਵਿੱਚ ਗੁਰਬਾਣੀ 'ਚ ਬਿਦਰ ਦਾ ਜ਼ਿਕਰ ਵੀ ਆ ਰਿਹਾ। ਗੁਰਬਾਣੀ ਅਨੇਕਾਂ ਕਰੈਕਟਰ ਇਸ ਕਿਸਮ ਦੇ ਨਾਲ। ਇਹ ਸਾਰੇ ਕੀ ਨੇ? ਇਹ ਰੂਪ ਨੇ ਜਿਨ੍ਹਾਂ ਨੇ ਮਨੁੱਖਤਾ ਦੇ ਕਲਿਆਣ ਹਿੱਤ ਕੋਈ ਚੰਗਾ ਕੰਮ ਕੀਤਾ। ਤੇ ਇਹ ਤਾਂ ਹੀ ਹੋ ਸਕਦਾ ਹੈ ਜੇ ਬੰਦਾ ਇਸ ਧਰਤੀ ਦੇ ਉੱਤੇ ਆਪਣੇ ਆਪ ਨੂੰ ਮਹਿਮਾਨ ਸਮਝੇ, ਕਾਲ ਨੂੰ ਚੇਤੇ ਰੱਖੇ, ਵਕਤੀ ਤੌਰ ਤੇ ਆਇਆ ਵਿਦਾ ਹੋ ਜਾਣਾ ਹੈ। ਸਭ ਕਹਿੰਦੇ ਇਹ ਕਮੀ ਬੰਦੇ ਨੂੰ ਰੱਬ ਤੋਂ ਤੇ ਰੱਬ ਦੇ ਉਪਦੇਸ਼ ਤੋਂ ਮਾਰਦੀ ਹੈ। ਜਦੋਂ ਉਹਨੂੰ ਇਹ ਚੇਤੇ ਨਹੀਂ ਰਹਿੰਦਾ ਮੈਂ ਥੋੜ ਚਿਰਾਂ ਇੱਥੇ, ਸ਼ਬਦ ਸੀਗਾ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਤ੍ਰਿਕਾਰ ਯੋਗ, ਜਿਸ ਜੀਵਨ ਨੂੰ ਲੋਕ ਫਿਟਕਾਰ ਪਾਉਂਦੇ, ਲਾਹਨਤ ਪਾਉਂਦੇ, ਇਹ ਜੀਵਨ ਸਦਾ ਨਹੀਂ ਰਹਿਣਾ। ਸਾਹਿਬ ਮਹਾਰਾਜ ਕਹਿੰਦੇ ਚੇਤੇ ਰੱਖ ਜੁਗਮ ਹੈ ਰਾਮ ਨਾਮ ਨਿਸਤਾਰਾ। ਪ੍ਰਭੂ ਦਾ ਨਾਮ ਇਸ ਸੰਸਾਰ ਦੇ ਵਿੱਚ ਸਾਨੂੰ ਪਾਰ ਉਤਾਰਾ ਕਰਨ ਵਾਲਾ ਹੈ। ਇਹਨੂੰ ਲਿਟਰਲੀ ਤੌਰ 'ਤੇ ਇਸ ਤਰ੍ਹਾਂ ਸੀਗਾ, ਚੜ੍ਹਦੀ ਸਵੇਰ ਬੰਦਾ 2 ਪਲ ਆਪਣੇ ਆਪ ਨਾਲ ਬੈਠੇ, ਆਪਣੇ ਆਪ ਨੂੰ ਦਰੁਸਤ ਕਰੇ। ਮੈਂ ਕਿਹਾ ਮਨ ਨੂੰ ਮਤ ਗ੍ਰਹਿਣ ਕਰਨੀ ਹੈ, ਇਹੋ ਜਿਹਾ এনवायरमेंट ਬਣਾਓ ਖਿਆਲਾਂ ਵਿਚਾਰਾਂ ਸੋਚਾਂ ਦਾ ਜਿਹਦੇ 'ਚੋਂ ਉਹ ਕਰਤਾਰ ਦਾ ਭੈ ਲਵੇ, ਨਿਰਮਲ ਕਰਮ ਦੀ ਜਾਂਚ ਲਵੇ, ਆਪਣੇ ਆਪ ਨੂੰ ਗੁਣਾਂ ਦੇ ਪੱਖ ਤੋਂ ਭਰਪੂਰ ਕਰੇ। ਇਹ ਨਾਮ ਹੈ। ਇਹਦੀ ਅਗਲੇ ਪਾਸੇ ਬਾਤ ਕੀਤੀ ਮਹਾਰਾਜ ਨੇ, ਗੁਰ ਤੇ ਉਪਜੈ ਸ਼ਬਦ ਵਿਚਾਰ। ਗੁਰੂ ਦੇ ਜ਼ਰੀਏ ਸ਼ਬਦ ਦੀ ਵਿਚਾਰ। ਹੁਣ ਤੇ ਸਿੱਧੇ ਤੌਰ ਤੇ ਸਮਝ ਆ ਰਹੀ ਹੈ। ਲੋਕ ਕਹਿ ਰਹੇ ਨੇ ਜਿਹੋ ਜਿਹੇ ਵਿਚਾਰ ਸੁਣਦੇ ਹੋ ਪੜ੍ਹਦੇ ਹੋ, ਉਹੋ ਜਿਹੇ ਵਿਚਾਰ ਬੜੀ ਜਲਦੀ ਬੋਲਣ ਲੱਗ ਜਾਂਦੇ ਹੋ। ਜਿਨ੍ਹਾਂ ਗੱਲਾਂ ਨੂੰ ਲਗਾਤਾਰ ਬੋਲਦੇ ਹੋ, ਜਿਨ੍ਹਾਂ ਨੂੰ ਲਗਾਤਾਰ ਬਿਆਨ ਕਰਦੇ ਹੋ, ਉਹ ਇਕੱਲੀਆਂ ਗੱਲਾਂ ਨਹੀਂ ਰਹਿ ਜਾਂਦੀਆਂ, ਹੌਲੀ ਹੌਲੀ ਤੁਹਾਡੇ ਕਰਮ ਬਣ ਜਾਂਦੇ ਨੇ। ਤੇ ਉਹ ਇਕੱਲੇ ਕਰਮ ਨਹੀਂ ਰਹਿੰਦੇ, ਹੌਲੀ ਹੌਲੀ ਤੁਹਾਡੀਆਂ ਆਦਤਾਂ ਬਣ ਜਾਂਦੀਆਂ ਨੇ। ਤੇ ਇਕੱਲੀਆਂ ਆਦਤਾਂ ਵੀ ਨਹੀਂ ਰਹਿੰਦੀਆਂ, ਥੋੜ੍ਹਾ ਲੰਬਾ ਸਮਾਂ ਪਾ ਕੇ ਉਹੀ ਆਦਤਾਂ ਨਾਲ ਪੱਖ ਤੁਹਾਡੀ ਪਰਸਨੈਲਿਟੀ, ਤੁਹਾਡੀ ਆਈਡੈਂਟੀਫਿਕੇਸ਼ਨ, ਤੁਹਾਡੀ ਪਹਿਚਾਨ ਬਣ ਜਾਂਦਾ ਹੈ। ਲੋਕ ਤੁਹਾਨੂੰ ਉਸ ਚੀਜ਼ ਨਾਲ ਯਾਦ ਕਰਦੇ ਨੇ। ਤੇ ਫਿਰ ਤੁਸੀਂ ਇਕੱਲਾ ਯਾਦ ਨਹੀਂ ਕਰਦੇ, ਕੁਦਰਤ ਦਾ ਜ਼ਰਰਾ ਜ਼ਰਰਾ ਉਸੇ ਤਰੀਕੇ ਨਾਲ ਤੁਹਾਨੂੰ ਨਵਾਜ਼ਦਾ ਆ।
ਸਾਹਿਬ ਪਾਤਸ਼ਾਹ ਨੇ ਬਿਆਨ ਕੀਤਾ, ਗੁਰ ਤੇ ਉਪਜੈ ਸ਼ਬਦ ਵਿਚਾਰਾ, ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ, ਜਿਸ ਕਿਰਪਾ ਕਰੇ ਸੋ ਪਾਏ। ਬਾਕੀ ਇਹ ਹੈ, ਇਹ ਗੁਰੂ ਕੇ ਸ਼ਬਦ ਦੀ ਵਿਚਾਰ, ਇਹ ਨਾਮ ਦੀ ਧਾਰਾ ਜਿਹਦੀ ਬਾਤ ਪਿੱਛੋਂ ਆਪਾਂ ਕਰ ਰਹੇ ਸੀਗੇ। ਰਾਮ ਨਾਮ ਜਦੋਂ ਉਸ ਲੈਵਲ 'ਤੇ ਬੰਦੇ ਦੇ ਨਾਲ ਇਹਦੀ ਐਸੋਸੀਏਸ਼ਨ ਬਣ ਜਾਂਦੀ ਹੈ, ਇਹ ਬੰਦੇ ਆਪਣੇ ਆਪ, ਜਿਵੇਂ ਕੋਈ ਚੰਗੀ ਵਿਚਾਰ ਇੱਕ ਵਾਰੀ ਅਪੀਲ ਕਰ ਗਈ, ਬੰਦਾ ਉਹਦੇ ਨਾਲ ਆਪਣੀ ਐਸੋਸੀਏਸ਼ਨ ਬਣਾ ਲਈ, ਸਾਂਝ ਬਣਾ ਲਈ, ਉਹਨੇ ਫਿਰ ਹੋਰ ਵਧੀ ਜਾਣਾ, ਹੋਰ ਵਧੀ ਜਾਣਾ। ਇਹ ਦੂਨ ਸਵਾਈ ਅੰਦਰ ਫਿਰ ਉਹ ਜਿਵੇਂ ਚੜ੍ਹਦੀ ਕਲਾ ਦਾ ਸੰਕਲਪ ਆਉਂਦਾ ਆ। ਇੱਥੇ ਜਾ ਕੇ ਬੰਦੇ ਨੂੰ ਇਹ ਜ਼ਾਹਿਰਾ ਤੌਰ 'ਤੇ ਅਹਿਸਾਸ ਆਉਂਦਾ ਹੈ ਕਿ ਉਹਨੂੰ ਵਾਕਿਆ 'ਚ ਹੀ ਕਿਸੇ ਚੰਗੇ ਆਈਡੀਅਲ ਥਾਟ ਨੇ ਆਪਣੇ ਨਾਲ ਜੋੜਿਆ ਹੋਇਆ ਆ। ਇਹ ਗੁਰੂ ਬਾਬਾ ਜੀ ਕਹਿੰਦੇ ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ, ਪਰ ਹੁੰਦਾ ਉਦੋਂ ਹੈ ਜਿਸ ਕਿਰਪਾ ਕਰੇ ਸੋ ਪਾਏ। ਹਰ ਇੱਕ ਨੂੰ ਨਹੀਂ, ਜਿਹਦੇ ਉੱਤੇ ਉਹ ਆਪ ਤਰਸ ਕਰਦਾ, ਜਿਹਨੂੰ ਉਹ ਆਪ ਨਵਾਜ਼ ਦਿੰਦਾ ਹੈ, ਕਿਰਪਾ ਕਰ ਦਿੰਦਾ ਗੁਰੂ ਬਾਬਾ ਜੀ, ਉਹਦੀ ਬਾਤ ਕਰਦੇ ਇਹਦੇ ਵਿੱਚ। ਕਿਆ ਜਿਸ ਕਿਰਪਾ ਕਰੇ ਸੋ ਪਾਏ, ਸਹਿਜੇ ਗੁਣ ਗਾਵੇ ਦਿਨ ਰਾਤੀ, ਕਿਲ ਬਿਕ ਸਭ ਗਵਾਏ। ਸਹਿਜੇ ਗੁਣ ਗਾਵੇ। ਬੀਤੇ ਕੱਲ੍ਹ ਅਸੀਂ ਬੜੀ ਇਸ ਬਾਬਤ ਬਾਤ ਕੀਤੀ ਸੀ ਕਿ ਸੁਣ ਮਨ ਭੀਨੇ ਸਹਿਜ ਸੁਭਾਏ। ਜਦੋਂ ਸਰੋਤ ਇਹੋ ਜਿਹੀ ਆਉਂਦੀ ਹੈ ਤੇ ਫਿਰ ਉਹ ਸਹਿਜ ਟਿਕਾ ਵਾਲੀ ਬਾਤ ਇੱਥੇ ਬਤਨਾਇਆ, ਸਹਿਜੇ ਗੁਣ ਗਾਵੇ ਦਿਨ ਰਾਤੀ, ਕਿਲ ਬਿਕ ਸਭ ਗਵਾਏ। ਜਦੋਂ ਰਾਤ ਦਿਨ ਇੱਕ ਆਤਮਿਕ ਟਿਕਾ ਦੇ ਵਿੱਚ ਚੰਗੇ ਗੁਣਾਂ ਨੂੰ ਪ੍ਰੋਸੈਸ ਕਰਨਾ ਹੈ ਅੰਦਰ। ਸਪੋਜ਼ ਇਹਨੂੰ ਸਰਲ ਕਰਕੇ ਬਿਆਨ ਕਰਦਾ ਹਾਂ, ਮੈਨੂੰ ਕਿਉਂਕਿ ਮੈਂ CSE ਨਾਲ ਕੰਮ ਕਰਦਾ ਹਾਂ, ਕਰੈਕਸ਼ਨਲ ਸਰਵਿਸਿਜ਼ ਦੇ ਨਾਲ ਪ੍ਰਿਜ਼ਨਸ ਦੇ ਵਿੱਚ ਜਿਹੜੇ ਲੋਕ ਸਮਾਂ ਬਤੀਤ ਕਰਦੇ ਨੇ, ਅਤੇ ਬੜੀਆਂ ਜੀਵਨ ਦੀਆਂ ਕਹਾਣੀਆਂ, ਬੜੀਆਂ ਵੱਖਰੇ ਵੱਖਰੇ, ਕਿਉਂਕਿ ਇੱਕ ਪੂਰੀ ਵੱਖਰੀ ਦੁਨੀਆ ਆ ਜਿਹਦੇ 'ਚੋਂ ਇੰਨਾ ਕੁਝ ਸਿੱਖਣ ਨੂੰ ਕਰਨ ਨੂੰ ਮਿਲਦਾ ਹੈਗਾ। ਸਾਡੀ ਇੰਟਰੈਕਸ਼ਨ ਹੁੰਦੀ, 1 to 1 ਵੀ ਹੁੰਦੀ, ਗਰੁੱਪ ਸੈਸ਼ਨਸ ਵੀ ਹੁੰਦੇ ਬਹੁਤ ਸੇ ਇਸ ਤਰੀਕੇ ਦੇ ਨਾਲ, ਅਤੇ ਇਤਨਾ ਕੁਝ ਸਾਡੇ ਸੁਰਤ 'ਚ, ਸਾਡੇ ਦਿਮਾਗ 'ਚ ਰਹਿੰਦਾ। ਉਸ ਤੋਂ ਬਾਅਦ ਉਹਨਾਂ ਦੇ ਨਾਲ ਇੱਕ ਛੋਟੀ ਜਿਹੜਾ ਮੈਂ ਬਿਆਨ ਕਰਨ ਲੱਗਾ ਸੀ ਚੀਜ਼, ਇੱਕ ਬੜਾ ਹਾਈਲੀ ਐਜੂਕੇਟਡ ਬੰਦਾ ਜਿਹਨੂੰ ਅਸੀਂ ਆਪਣੀ ਸੁਸਾਇਟੀ 'ਚ ਮੈਡੀਕਲ ਪ੍ਰੋਫੈਸ਼ਨਲ ਕਹਿ ਸਕਦੇ ਹੈਗੇ ਆ, ਉਹ ਵੀ ਪ੍ਰਿਜ਼ਨ ਦੇ ਵਿੱਚ, ਬੜੀ ਵਰਾਇਟੀ ਆ ਉੱਥੇ ਲੋਕਾਂ ਦੀ, ਡਿਫਰੈਂਟ। ਖੈਰ, ਇੱਕ ਵਾਰ ਕਿਤੇ ਅਸੀਂ ਬਾਈ ਚਾਂਸ ਇਕੱਲੇ ਬੈਠੇ ਅਤੇ ਗੱਲਾਂ ਬਾਤਾਂ ਹੋ ਰਹੀਆਂ, ਅਤੇ ਉਹ ਮੈਨੂੰ ਲਿਟਰਲੀ ਤੌਰ 'ਤੇ ਬਾਤ ਕਹਿੰਦਾ ਤੁਹਾਨੂੰ ਸੱਚੀ ਦੱਸਾਂ, ਲੋਕ ਕਹਿੰਦੇ ਤੁਹਾਡੀ ਅੰਤਰਾਤਮਾ ਤੁਹਾਨੂੰ ਕੁਝ ਆਵਾਜ਼ ਦਿੰਦੀ ਹੈ, ਤੁਸੀਂ ਸੁਣਦੇ ਨਹੀਂ, ਤੁਹਾਡਾ ਅੰਦਰੋਂ ਕੁਝ ਤੁਹਾਨੂੰ ਪਤਾ ਲੱਗਦਾ ਆ, ਇਹ ਸਭ। ਕਹਿੰਦਾ ਕਿ ਮੈਂ ਲਿਟਰਲੀ ਤੌਰ 'ਤੇ ਇਹਦੀ ਤੁਹਾਨੂੰ ਮਿਸਾਲ ਦਿੰਦਾ ਆ। ਕਹਿੰਦਾ ਕਿ ਮੈਂ ਇਸ ਪ੍ਰਿਜ਼ਨ ਦੇ ਵਿੱਚ ਤੇ ਬੜੀ ਬਾਅਦ ਵਿੱਚ ਆਇਆ ਵਾਂ, ਮੈਨੂੰ ਬੜੀ ਬਾਅਦ ਵਿੱਚ ਪੁਲਿਸ ਨੇ ਅਰੈਸਟ ਕੀਤਾ ਸਭ ਚੀਜ਼ਾਂ ਦੇ ਬਾਬਤ, ਪਰ ਉਸ ਤੋਂ ਬਹੁਤ ਪਹਿਲਾਂ ਮੇਰੇ ਅੰਦਰ ਇੱਕ ਚੀਜ਼ ਚੱਲ ਰਹੀ ਸੀ ਜਿਹੜੀ ਮੈਨੂੰ ਹਰ ਰੋਜ਼ ਇਹ ਕਹਿ ਰਹੀ ਸੀਗੀ ਕਿ ਕੁਛ ਗਲਤ ਹੋਣ ਵਾਲਾ ਤੇਰੇ ਨਾਲ ਬੜਾ ਵੱਡਾ। ਹੁਣ ਇਹ ਬਾਤ ਜਦੋਂ ਕਹਿ ਰਿਹਾ ਹੈ ਤੇ ਮੈਂ ਕਿਹਾ ਐਸਾ ਕਿਉਂ ਸੀਗਾ? ਕਹਿਣ ਲੱਗਾ, ਮੈਂ ਕਿਹਾ ਕੁਛ ਕ੍ਰਾਈਮ ਕਰ ਰਿਹਾ ਹੋਏਗਾ ਕੁਝ। ਕਹਿੰਦਾ ਉਦੋਂ ਕੁਛ ਨਹੀਂ ਸੀ ਕਰ ਰਿਹਾ। ਹਾਂ, ਇਹ ਡਰ ਜ਼ਰੂਰ ਸੀਗਾ ਕਿ ਜਿਸ ਜਗ੍ਹਾ ਤੂੰ ਬੈਠਾ ਆ ਇੱਥੇ ਇੰਨੀ ਕੁ ਤੇਰੇ ਕੋਲ ਜਿਹਨੂੰ ਕਿਹਾ ਜਾਏ ਕਿ ਤੂੰ ਵਨਰੇਬਲ ਆ, ਤੂੰ ਇੰਨਾ ਜ਼ਿਆਦਾ ਇਸ ਜਗ੍ਹਾ 'ਤੇ ਇਤਨਾ ਕੁਝ ਤੇਰੇ ਕੋਲ ਐਕਸਪੋਜ਼ਰ ਆ, ਤੂੰ ਕਿਸੇ ਸਮੇਂ ਵੀ ਕੋਈ ਇਹੋ ਜਿਹੀ ਐਕਟ ਕਰ ਸਕਦਾ ਜਿਹਦੇ ਨਾਲ ਤੈਨੂੰ ਜੇਲ੍ਹ ਜਾਣਾ ਪੈ ਸਕੇ। ਇਹ ਥਾਟ ਸੀਗੇ, ਇਹ ਰਾਵਾਂ ਸੀਗੀਆਂ। ਹਾਂ, ਤੂੰ ਓਪਨਲੀ ਕਿਉਂ ਨਹੀਂ ਗੱਲ ਕੀਤੀ ਕਿਸੇ ਨਾਲ, ਆਪਣੇ ਆਪ ਨਾਲ ਕਿਉਂ ਨਹੀਂ ਕੰਮ ਕੀਤਾ? ਕਹਿੰਦਾ ਬਸ ਇਹੀ ਗਲਤੀ ਹੋ ਗਈ। ਦੇਖੋ, ਜਦੋਂ ਤੁਹਾਨੂੰ ਕੁਝ ਚੀਜ਼ਾਂ ਗਲਤ ਰੂਪ ਵਿੱਚ ਦਿਸਦੀਆਂ, ਤੁਹਾਡੇ ਅੰਦਰ ਚੀਜ਼ਾਂ ਚੱਲਦੀਆਂ, ਬੋਲੋ, ਆਪਣੇ ਆਪ ਨਾਲ ਬੋਲੋ, ਦੂਜੇ ਨੂੰ ਦੱਸੋ। ਗੁਰਬਾਣੀ ਵਰਗੀ ਰਚਨਾ ਇਹ ਸੰਗਤ ਇਹੀ ਤੇ ਹੁੰਦੀ ਹੈ, ਸਾਰੀ ਇਹੀ ਵਿਚਾਰ ਹੈ। ਸਾਹਿਬ ਨੇ ਬਿਆਨ ਕੀਤਾ, ਸਹਿਜੇ ਗੁਣ ਗਾਵੇ ਦਿਨ ਰਾਤੀ। ਜਿੰਨੇ ਰਾਤ ਦਿਨ ਪ੍ਰਭੂ ਦਾ ਗੁਣਗਾਨ ਕਰਨਾ, ਆਪਣੇ ਆਪ ਨੂੰ ਵਡੇਰੀ ਵਿਚਾਰ ਖਿਆਲਾਂ ਦੇ ਨਾਲ ਜੋੜਨ ਵਾਸਤੇ ਗੁਣਗਾਨ ਬਿਰਤੀ 'ਚ ਲੈ ਕੇ ਜਾਣਾ, ਮਨ ਵਿੱਚ ਟਿਕਾ ਵਧਿਆ। ਕਿਲਬਿਖ ਸਭ ਗਵਾਏ, ਕਿਲਬਿਖ ਪਾਪਾਂ ਦੇ ਬੀਜ ਗਵਾਚ ਜਾਣ, ਖਤਮ ਹੋ ਜਾਣਗੇ, ਬੰਦੇ ਦਾ ਬਚਾਅ ਹੋ ਜਾਏਗਾ। ਸਭ ਕੋ ਤੇਰਾ ਤੂੰ ਸਭਨਾ ਕਾ ਹਉ ਤੇਰਾ ਤੂੰ ਹਮਾਰਾ। ਅਸੀਂ ਕਹਿੰਦੇ ਹਾਂ ਕਿ ਰੱਬ ਬੌੜੀ ਤੇ ਕਰਦਾ, ਪਰ ਸਾਰਿਆਂ ਵਾਸਤੇ ਨਹੀਂ। ਕਿਸੇ ਨੂੰ ਚੂਜ਼ ਕਰਦਾ, ਕਿਸੇ ਨੂੰ ਛੱਡ ਦਿੰਦਾ ਹੈ। ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ, ਸਭ ਕੋ ਤੇਰਾ, ਸਭ ਤੇਰੇ ਬਣਾਏ ਨੇ, ਤੂੰ ਸਭਨਾ ਕਾ, ਤੂੰ ਹੀ ਸਾਰਿਆਂ ਦਾ ਹੀ ਹੈ। ਹਉ ਤੇਰਾ ਤੂੰ ਹਮਾਰਾ। ਜਿਹੜਾ ਬਸ ਇਹ ਸਮਝ ਜਾਂਦਾ ਹੈ ਕਿ ਮੈਂ ਤੇਰਾ ਹਾਂ ਤੇ ਉਹ ਉਹਦਾ ਹੋ ਜਾਂਦਾ ਆ। ਭਾਵੇਂ ਕਰਤਾਰ ਬੇਨਿਆਈ ਨਹੀਂ ਕਰਦਾ, ਉਹ ਤਰਸ ਕਰਨ ਵਾਲਾ ਹੈ। ਕਈ ਵਾਰੀ ਅਸੀਂ ਹੀ ਭੁੱਲ ਜਾਂਦੇ ਹਾਂ,
अगला बचन लिखिया, जुग मैं राम नाम निस्तारा। हकीकत यह है, इस जीवन ਦੇ ਵਿੱਚ, इस कायनात, इस जगत ਵਿੱਚ प्रभु ਦਾ नाम ही सब ਤੋਂ ਵੱਡਾ ਸਾਡਾ ਕਲਿਆਣ ਕਰਨ ਵਾਲਾ ਸੋਰਸ ਆ। ਅਸੀਂ ਨਾਮ ਤੇ ਨਾਮੀ ਨਾਲ ਹੀ ਜੁੜ ਕੇ ਆਪਣੇ ਜੀਵਨ ਨੂੰ ਬਚਾ ਸਕਦੇ ਹੈਗੇ ਆ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ, ਭੁੱਲਾਂ ਗਲਤੀਆਂ ਲਈ ਤੇ ਮਾਫੀ ਚਾਹਾਂਗਾ। ਨਾਲ ਹੀ ਦਿਲੀ ਅਰਦਾਸ, ਜਿੱਥੇ ਕੋਵਿਡ-19 ਤੋਂ ਸਮੁੱਚੀ ਲੋਕਾਈ ਦਾ ਭਲਾ ਹੋਏ, ਨਾਲ ਹੀ ਸੋ ਕਿਸਾਨ ਵੀਰ ਉੱਥੇ ਇੰਨੀ ਜੱਦੋ-ਜਹਿਦ ਕਰ ਰਹੇ ਨੇ, ਉਹਨਾਂ ਦੀ ਜੱਦੋ-ਜਹਿਦ ਨੂੰ ਕੋਈ ਫਰੂਟਫੁਲ ਰਿਜ਼ਲਟ ਆਵੇ। ਜਿਹੜੇ ਬੋਲੇ ਕੰਨ ਨਹੀਂ ਸੁਣ ਪਾ ਰਹੇ, ਕਹਿੰਦੇ ਨੇ ਆਵਾਜ਼ੇ ਖਲਕਤ ਆਵਾਜ਼ੇ ਖੁਦਾ ਹੈ, ਇਸ ਚੀਜ਼ ਦਾ ਕੋਈ ਅਹਿਸਾਸ ਉਸ ਲੈਵਲ 'ਤੇ ਆਵੇ ਅਤੇ ਅਸੀਂ ਇੱਕ ਚੜ੍ਹਦੀ ਕਲਾ, ਅਜੇ ਵੀ ਚੜ੍ਹਦੀ ਕਲਾ 'ਚ ਕੋਈ ਸ਼ੱਕ ਨਹੀਂ ਜੋ ਕੁਛ ਤੁਸੀਂ ਦੇਖ ਰਹੇ ਹੋ, ਪਰ ਇਹਦਾ ਜਿਹੜਾ ਅਗਲਾ ਪੜਾਅ ਆ ਉਹ ਵੀ ਵਾਕਿਆ 'ਚ ਹੀ ਬੜਾ ਮਾਨਵ ਕਲਿਆਣ ਹਿੱਤ ਹੋਏ, ਮਾਨਵਤਾ ਦੇ ਭਲੇ ਵਾਲਾ ਹੋਏ, ਮਨੁੱਖਤਾ ਨੂੰ ਇੱਕ ਨਵੇਂ ਆਦਰਸ਼ਕ ਰੰਗ 'ਚ ਬਣ ਜਾਵੇ। ਇਹਦੀ ਅਸੀਂ ਆਸ ਉਮੀਦ ਤੇ ਅਰਦਾਸ ਕਰਦੇ ਹਾਂ। ਇੰਨੀਆਂ ਕੁ ਬੇਨਤੀਆਂ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।